ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਜਨਮਜੇ ਦੇ ਰਾਜ ਦਾ ਵਰਣਨ। रुआल छंद। राज को गृह पाए के जन्मेज राज महान। राजे दे कर जन्म लै के जन्मेजा वड्डा राजा सिद्ध होया। सूरबीर हठी तपी 10 चार चार निदान। ओ सूरवीर हठी तपस्वी ਅਤੇ 4 ਅਤੇ 14 ਵਿਦਿਆਵਾਂ ਦਾ ਗਿਆਤਾ ਸੀ। ਪਿੱਤਰ ਕੇ ਬਦ ਕੋਪ ਤੇ ਸਭ ਬੇਪਰਲੀਨ ਬੁਲਾਏ। ਉਸਨੇ ਪਿਤਾ ਦੇ ਬਦ ਦਾ ਹਾਲ ਸੁਣ ਕੇ ਕ੍ਰੋਧਿਤ ਹੋ ਕੇ ਸਾਰਿਆਂ ਬ੍ਰਾਹਮਣਾਂ ਨੂੰ ਬੁਲਾ ਲਿਆ। ਸਰਪ ਮੇਦ ਕਰਿਓ ਲਗੇ ਮਖ ਧਰਮ ਕੇ ਚਿੱਤ ਚਾਏ। ਉਹਨਾਂ ਤੋਂ ਪਿਤਾ ਦੇ ਬਦ ਦਾ ਬਦਲਾ ਲੈਣ ਲਈ ਉਪਾਅ ਪੁੱਛਿਆ। ਬ੍ਰਾਹਮਣਾਂ ਨੇ ਸਰਪਮੇਦ ਯੱਗ ਕਰਨ ਦੀ ਸਲਾਹ ਦਿੱਤੀ। ਤਦ ਰਾਜਾ ਜਨਮੇਜਾ ਸਰਪਮੇਦ ਯੱਗ ਕਰਨ ਵਿੱਚ ਪੂਰੇ ਸ਼ੌਕ ਨਾਲ ਲੱਗਿਆ। ਏਕ ਕੋਸ ਪ੍ਰਮਾਣ ਲਓ ਮਖ ਕੁੰਡ ਕੀਨ ਬਣਾਏ। ਇੱਕ ਕੋਹ ਤੱਕ ਦੇ ਖੇਤਰ ਵਿੱਚ ਉਸਨੇ ਯੱਗ ਕੁੰਡ ਚੰਗੀ ਤਰ੍ਹਾਂ ਤਿਆਰ ਕਰਵਾਇਆ। ਮੰਤਰ ਸਕਤ ਕਰਨੇ ਲਗੇ ਤਹ ਹੋਮ ਬੇਪਰ ਬਣਾਏ, ਜਿਸ ਵਿੱਚ ਮੰਤਰ ਸ਼ਕਤੀ ਨਾਲ ਸਾਰੇ ਬ੍ਰਾਹਮਣ ਲੋਕ ਹੋਮ ਕਰਨ ਲੱਗੇ। ਆਨ ਆਨ ਗਿਰੇ ਲਗੇ ਤਹ ਸਰਪ ਕੋਟ ਅਪਾਰ। ਉਸ ਹਵਨ ਕੁੰਡ ਵਿੱਚ ਅਣਗਿਣਤ ਕਰੋੜਾਂ ਸੱਪ ਆ ਕੇ ਡਿੱਗਣ ਲੱਗੇ। ਜਤਰ ਤਤਰ ਉਠੀ ਜੈਤ ਤੁਨ ਭੂਮ ਪੂਰ ਉਦਾਰ। ਜਿੱਥੇ ਕਿਥੇ ਭੂਮੀ ਉੱਤੇ ਧਰਮੀ ਰਾਜੇ ਦੀ ਜੈ ਜੈਕਾਰ ਦੀ ਧੁਨੀ ਉੱਠਣ ਲੱਗੀ। ਹਸਤ ਏਕ ਦੂ ਹਸਤ ਤੀਨ ਚੌ ਹਸਤ ਪੰਚ ਪ੍ਰਮਾਨ। ਇੱਕ ਹੱਥ, 2 ਹੱਥ, 3 4 ਹੱਥ, 5 ਹੱਥ। It means the snakes measuring 1 arm's length, 2 arms length, and 3, 4, and 5 arms length. 20 हाथ, 21 हाथ, 25 हाथ समान। 20 हाथ, 21 हाथ, 25 हाथ। 30 हाथ, 32 हाथ, 36 हाथ गिराह। 13 हथ, 32 हथ, 36 ਹੱਥ ਜਿੰਨੇ ਲੰਬੇ ਸੱਪ ਆ ਕੇ ਹਵਨ ਵਿੱਚ ਡਿੱਗਦੇ ਸਨ। ਆਨ ਆਨ ਗਿਰੇ ਤਹਾਂ ਸਭ ਭਸਮ ਪੂਤ ਹੋਏ ਜਾਏ। ਉੱਥੇ ਜੋ ਸੱਪ ਆ ਕੇ ਡਿੱਗਦੇ ਸਨ, ਸਭ ਸੜ ਕੇ ਸੁਆਹ ਹੋਈ ਜਾਂਦੇ ਸਨ। 100 ਹਸਤ ਪ੍ਰਮਾਣ, 200 ਹਸਤ ਪ੍ਰਮਾਣ। 100 ਹੱਥ ਜਿੰਨੇ, 200 ਹੱਥ ਜੇਡੇ। 300 ਹਸਤ ਪ੍ਰਮਾਣ, 400 ਸਮਾਨ। 300 ਹੱਥ ਜੇਡੇ, 400 ਹੱਥਾਂ ਦੇ ਬਰਾਬਰ। 500 ਖਟ ਸੈ ਲਗੇ ਤਹ ਬੀਚ ਆਨ ਗਿਰੰਤ। 500 600 ਹੱਥਾਂ ਜਿੰਨੇ ਉਸ ਕੁੰਡ ਵਿੱਚ ਆ ਕੇ ਡਿੱਗਦੇ ਸਨ। ਸਹੰਸ ਹਸਤ ਪ੍ਰਮਾਣ ਲਓ ਸਭ ਹੋਮ ਹੋਤ ਅਨੰਤ। ਹਜ਼ਾਰਾਂ ਹੱਥਾਂ ਦੀ ਲੰਬਾਈ ਤੱਕ ਦੇ ਸਭ ਸੱਪ ਉਸ ਵਿੱਚ ਡਿੱਗ ਕੇ ਸੜਦੇ ਜਾ ਰਹੇ ਸਨ। ਭੁਜੰਗ ਪ੍ਰਿਆਚਨ। ਰਚਿਓ ਸਰਪ ਮੇਦਨ ਬਡੋ ਜਗ ਰਾਜਨ। ਇਸ ਤਰ੍ਹਾਂ ਰਾਜੇ ਨੇ ਮਹਾਨ ਸਰਪ ਮੇਦ ਯੱਗ ਰਚਿਆ। ਕਰੇ ਬਿਪ ਹੋਮੇ ਸਰੇ ਸਰਬ ਕਾਜਨ। ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਬ੍ਰਾਹਮਣ ਹੋਮ ਕਰ ਰਹੇ ਸਨ। ਦਹੇ ਸਰਬ ਸਰਪਨ ਅਨੰਤਨ ਪ੍ਰਕਾਰਨ। ਅਨੰਤ ਕਿਸਮਾਂ ਦੇ ਸਾਰੇ ਸੱਪ ਉਸ ਵਿੱਚ ਸੜ ਮੋਏ ਸਨ। ਪੁਜੇ ਭੋਗ ਅਨੰਤਨ ਜੁਗੇ ਰਾਜ ਦੁਆਰਨ। ਮੰਤਰਾਂ ਦੇ ਬਲ ਨਾਲ ਖਿੱਚੇ ਹੋਏ ਜੋ ਅਨੰਤ ਸੱਪ ਭੋਗ ਰਾਜ ਦੁਆਰ ਤੇ ਗਏ, ਸਭ ਸੜ ਗਏ। ਕਿਤੇ
ਅਸ਼ਟ ਹਸੰਤ ਸੰਤਨ ਪ੍ਰਾਇ ਨਾਰਨ। ਕਿਤਨੇ 8 ਹੱਥ ਦੇ ਅਤੇ ਕਿਤਨੇ 7 ਹੱਥ ਦੇ ਲਗਭਗ ਪ੍ਰਾਇ ਮੋਟੀ ਗਰਦਨ ਵਾਲੇ। ਕਿਤੇ ਦੁਆਦਿਸੇ ਹਸਤ ਲੋ ਪਰਮ ਪਾਰਨ। ਕਿਤਨੇ 12 ਹੱਥਾਂ ਜਿਤਨੇ ਮੋਟੇ ਪਾਰਨ। ਕਿਤੇ ਦਵੈ ਸਹਸਤਰ ਕਿਤੇ ਜੋਜਨੇਕਨ। ਕਿਤੇ ਦਵੈ ਸਹਸਤਰ ਕਿਤੇ ਜੋਜਨੇਕਨ। ਕਿਤਨੇ 2000 ਹੱਥ ਲੰਬੇ ਅਤੇ ਕਿਤਨੇ ਹੀ 1 ਯੋਜਨ ਲੰਬੇ। ਗਿਰੇ ਹੋਮ ਕੁੰਡਨ ਅਪਾਰਨ ਅਚੇਤਨ। ਬੇਅੰਤ ਸਭ ਅਚੇਤ ਹੋ ਕੇ ਹਵਨ ਕੁੰਡ ਵਿੱਚ ਡਿੱਗ ਰਹੇ ਸਨ। ਕਿਤੇ ਜੋਜਨੇ ਦੋਏ ਕਿਤੇ 3 ਯੋਜਨ। ਕਿਤਨੇ 2 ਯੋਜਨ ਕਿਤਨੇ 3 ਯੋਜਨ। ਕਿਤੇ 4 ਯੋਜਨ ਦਹੇ ਭੂਮ ਭੋਗਨ। ਕਿਤਨੇ 4 ਯੋਜਨ ਜਿੰਨੇ ਲੰਬੇ ਸਪ ਭੋਗਨ। ਕਿਤੇ ਮੁਸ਼ਟ ਅੰਗੂਸਟ ਗ੍ਰਿਸੰਟਨ ਪ੍ਰਮਾਣਨ। ਕਿਤਨੇ ਮੁੱਠ ਜਿੰਨੇ ਕਿਤਨੇ ਅੰਗੂਠੇ ਜੇਠੇ ਕਿਤਨੇ ਗਿੱਠ ਜਿੰਨੇ। ਕਿਤੇ ਡੇਢੂ ਗਿਸਟੇ ਅੰਗੁਸਟਨ ਅਰਾਧਨ। ਕਿਤੇ ਡੇਢੂ ਗਿਸਟੇ ਅੰਗੁਸਟਨ ਅਰਧਾਨਨ। ਕਿਤਨੇ ਡੇਢ ਗਿੱਠ ਦੇ ਅਤੇ ਕਿਤਨੇ ਅੱਧੇ ਅੰਗੂਠੇ ਜਿੰਨੇ। ਕਿਤੇ 4 ਯੋਜਨ ਲੋ 4 ਕੋਸਨ। ਕਿਤਨੇ 4 ਯੋਜਨਾ ਅਤੇ 4 ਕੋਹਾਂ ਜਿਹਦੇ ਅੱਗ ਵਿੱਚ ਛੂਏ ਕ੍ਰਿਤ ਜੈਸੇ ਕਰੇ ਅਗਨ ਹੋਮਨ। ਇਸ ਤਰ੍ਹਾਂ ਹੋਮ ਹੋ ਰਹੇ ਸਨ ਜਿਵੇਂ ਅੱਗ ਵਿੱਚ ਘਿਓ ਪੈਂਦਾ ਹੋਵੇ। ਫੜਨ ਫਟਕੇ ਫੇਣਕਾ ਫੰਤਕਾਰਨ। ਹਵਨ ਵਿੱਚ ਸੜਦੇ ਹੋਏ ਸੱਪ ਫਣਾਂ ਨੂੰ ਪਟਕਦੇ ਸਨ, ਝੱਗ ਸੁੱਟਦੇ ਸਨ ਅਤੇ ਫੁੰਕਾਰੇ ਮਾਰਦੇ ਸਨ। ਛੁੱਟੇ ਲਪਟ ਜਵਾਲਾ ਬਸੇ ਬਿਖ ਤਾਰਨ। ਜਦੋਂ ਸੱਪ ਵਿੱਚ ਡਿੱਗਦੇ ਹਨ ਤਾਂ ਅੱਗ ਦੀ ਲਾਟ ਮਚਦੀ ਹੈ। ਕਿਤੇ ਸਪਤ ਯੋਜਨ ਲੋ ਕੋਸ ਅਸਟਨ। ਕਿਤਨੇ ਹੀ 7 ਯੋਜਨਾ ਜਿੰਨੇ ਅਤੇ 8 ਕੋਹਾਂ ਜਿਹਦੇ। ਕਿਤੇ ਅਸ਼ਟ ਯੋਜਨ ਮਹਾ ਪਰਮ ਪੁਸਟਨ। ਕਿਤਨੇ ਹੀ 8 ਯੋਜਨਾ ਜਿਹਦੇ ਮੋਟੇ ਸੱਪਾਂ ਦਾ ਭਿਆਨਕ ਵੱਧ ਇਸ ਯੱਗ ਵਿੱਚ ਹੋਇਆ ਅਤੇ ਪਇਓ ਕੋਰ ਬੰਧਨ ਜਰੇ ਕੋਟ ਨਾਗਨ। ਕਰੋੜਾਂ ਸੜ ਕੇ ਸੁਆਹ ਹੋ ਗਏ। ਪਜਿਓ ਤਛੰਕਨ ਮਛੰਕਨ ਪਜਿਓ ਤਛੰਕਨ ਭਜੰਕਨ ਜੇਮ ਕਾਗਨ। ਤੱਛਕ ਡਰ ਕੇ ਇੰਝ ਭੱਜ ਗਿਆ ਜਿਉਂ ਕਾ ਬਾਜ਼ ਪੱਛਕ ਨੂੰ ਵੇਖ ਕੇ ਖਿਸਕ ਜਾਂਦਾ ਹੈ। ਪਜਿਓ ਤਛੰਕਨ ਭਜੰਕਨ ਜੇਮ ਕਾਗਨ। ਕੁਲਨ ਕੋਟ ਹੋਮੇ ਬਿਖੇ ਵਹਿਣ ਕੁੰਡਨ। ਸੱਪਾਂ ਦੀਆਂ ਕਰੋੜਾਂ ਕੁਲਾਂ ਹਵਨ ਕੁੰਡ ਵਿੱਚ ਸੜ ਮਰੀਆਂ। ਬਚੇ ਬਾਦ ਡਾਰੇ ਕਨੇ ਕੁੰਡ ਚੁੰਡਨ। ਜੋ ਬਚ ਗਏ ਉਹਨਾਂ ਨੂੰ ਬੰਨ੍ਹ ਕੇ ਇਕੱਠਿਆਂ ਹਵਨ ਕੁੰਡ ਵਿੱਚ ਸੁੱਟ ਦਿੱਤਾ ਗਿਆ। ਪਜਿਓ ਨਾਗ ਰਾਜਨ ਤਕਰਿਓ ਇੰਦਰ ਲੋਕਨ। ਨਾਗ ਰਾਜ ਤੱਛਕ ਭੱਜ ਕੇ ਇੰਦਰ ਲੋਕ ਜਾ ਪਹੁੰਚਿਆ। ਜਰਿਓ ਵੈਦ ਮੰਤਰਨ ਪਰਿਓ ਸਕਰ ਸੋਕਨ। ਵੇਦ ਮੰਤਰਾਂ ਦੀ ਸ਼ਕਤੀ ਕਰਕੇ ਇੰਦਰ ਲੋਕ ਸੜਨ ਲੱਗਿਆ। ਫਲਸਵਰੂਪ ਇੰਦਰ ਚਿੰਤਾਵਾਨ ਹੋ ਗਿਆ। ਬਦਿਓ ਮੰਤਰ ਜੰਤਰਨ ਗਿਰਿਓ ਭੂਮ ਮਦਨ। ਆਖਿਰ ਵਿੱਚ ਤੱਛਕ ਨਾਗ ਵੀ ਮੰਤਰਾਂ ਜੰਤਰਾਂ ਦਾ ਬੰਨ੍ਹਿਆ ਹੋਇਆ ਭੂਮੀ ਉੱਤੇ ਆ ਡਿੱਗਿਆ। ਅੜਿਓ ਆਸ ਤੀਕਨ ਮਹਾ
ਵਿਪਰ ਸਿੱਧਨ। ਉਸਨੂੰ ਡਿੱਗਦਾ ਵੇਖ ਕੇ ਆਸਤੀਕ ਨਾਂ ਦਾ ਸਿੱਧ ਬ੍ਰਾਹਮਣ ਰਾਜੇ ਅੱਗੇ ਅੜ ਖੜੋਤਾ। ਪਿੜਿਓ ਪੇੜ ਭੂਪਨ ਚਿਣਿਓ ਚੇੜ ਚਾੜਨ। ਉਸ ਨੇ ਰਾਜੇ ਨਾਲ ਖੂਬ ਭੇੜ ਭਿੜਿਆ ਅਤੇ ਝਗੜਾ ਕਰਦਿਆਂ ਕਰਦਿਆਂ ਖਿਝ ਗਿਆ। ਮਹਾਂ ਕ੍ਰੋਧ ਉੱਠਿਓ ਤਣੀ ਤੋੜ ਤਾੜਨ। ਉਸ ਦੇ ਹਿਰਦੇ ਵਿੱਚ ਬਹੁਤ ਕ੍ਰੋਧ ਪੈਦਾ ਹੋਇਆ ਅਤੇ ਆਪਣੇ ਜਾਮੇ ਦੀ ਤਣੀ ਤੋੜ ਕੇ ਰਾਜੇ ਨੂੰ ਤਾੜਨ ਲੱਗਾ। ਤਜਿਓ ਸਰਪ ਮੇਦਨ ਭਜਿਓ ਏਕ ਨਾਥਨ। ਕੀ ਸੱਪਾਂ ਦਾ ਯੱਗ ਛੱਡ ਦਿਓ ਅਤੇ ਕੇਵਲ ਇੱਕ ਸਵਾਮੀ ਦਾ ਭਜਨ ਕਰੋ। ਕਿਰਪਾ ਮੰਤਰ ਸੂਝੇ ਸਭੇ ਸ੍ਰਿਸ਼ਟ ਸਾਜਨ। ਜਿਸ ਦੀ ਕਿਰਪਾ ਨਾਲ ਮੰਤਰ ਸੁਝਦੇ ਹਨ ਅਤੇ ਸ੍ਰਿਸ਼ਟੀ ਦੇ ਸਾਰੇ ਸਾਜ਼ ਸਜਦੇ ਹਨ। ਸੁਣਿਓ ਰਾਜ ਸਰਦੂਲ ਵਿਦਿਆ ਨਿਦਾਨਨ। ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ ਸੁਣ। ਜੇ ਤੂੰ ਮੇਰਾ ਕਿਹਾ ਮੰਨੇਗਾ ਤਪੇ ਤੇਜ ਸਾਵੰਤ ਜੁਆਲਾ ਸਮਾਨਨ, ਤਾਂ ਤੇਰਾ ਤੇਜ ਸੂਰਜ ਅਤੇ ਅਗਨੀ ਵਾਂਗ ਤਪੇਗਾ। ਮਹੀ ਮਾਹ ਰੂਪਨ ਤਪੇ ਤੇਜ ਪਾਨਨ। ਧਰਤੀ ਵਿੱਚ ਚੰਦਰਮਾ ਮਾਹ ਵਰਗਾ ਤੇਰਾ ਰੂਪ ਅਤੇ ਸੂਰਜ ਦੇ ਸਮਾਨ ਤੇਰਾ ਤੇਜ ਚਮਕੇਗਾ। ਦਸਨ ਚਾਰ 14 ਵਿਦਿਆ ਨਿਦਾਨਨ। ਤੂੰ 10, 4 ਅਤੇ 14 ਵਿਦਿਆਵਾਂ ਦਾ ਖਜ਼ਾਨਾ ਹੋਵੇਗਾ। ਸੁਨਹੁ ਰਾਜ ਸ਼ਾਸਤਰਗ ਸਾਰੰਗ ਪਾਨਨ। ਹੇ ਸ਼ਾਸਤਰ ਦੇ ਗਿਆਤਾ ਅਤੇ ਧਨੁਸ਼ਧਾਰੀ ਰਾਜੇ ਸੁਣੋ। ਤਜਹੁ ਸਰਪ ਮੇਦਨ ਦੀਜੇ ਮੋਹ ਦਾਨਨ। ਸੱਪਾਂ ਦਾ ਯੱਗ ਛੱਡ ਦਿਓ, ਇਹ ਮੈਨੂੰ ਦਾਨ ਦਿਓ। ਤਜਹੁ ਜੋ ਨਾ ਸਰਪਨ ਜਰੋ ਅਗਨ ਆਪਨ। ਜੇ ਤੂੰ ਸੱਪਾਂ ਦੇ ਯੱਗ ਨੂੰ ਨਹੀਂ ਛੱਡੇਗਾ ਤਾਂ ਹਵਨ ਦੀ ਅੱਗ ਵਿੱਚ ਮੈਂ ਆਪ ਸੜ ਮਰਾਂਗਾ। ਕਰੋ ਦਗਧ ਤੋਕੋਂ ਦਿਵੋਂ ਔਸ ਸਰਾਪਨ। ਕਰੋ ਦਗਧ ਤੋਕੋਂ ਦਿਵੋਂ ਏਸ ਸਰਾਪਨ। ਅਤੇ ਤੈਨੂੰ ਅਜਿਹਾ ਸ਼ਰਾਪ ਦਿਆਂਗਾ ਜਿਸ ਨਾਲ ਤੂੰ ਵੀ ਸੜ ਜਾਵੇਂਗਾ। ਹਣਿਓ ਪੇਟ ਮੰਦਨ ਛੁਰੀ ਜਮ ਦਾੜਨ। ਜਾਂ ਮੈਂ ਆਪਣੇ ਪੇਟ ਵਿੱਚ ਛੁਰੀ ਜਾਂ ਕਟਾਰ ਮਾਰ ਲਵਾਂਗਾ। ਲਗੇ ਪਾਪ ਤੋਕੋ ਸੁਨਿਓ ਰਾਜ ਗਾੜਨ। ਹੇ ਰਾਜਨ ਸੁਣੋ, ਫਿਰ ਤੈਨੂੰ ਬ੍ਰਹਮ ਹੱਤਿਆ ਦਾ ਵੱਡਾ ਪਾਪ ਲੱਗੇਗਾ। ਸੁਨੇ ਬਿਬ ਬੋਲਨ ਉੱਠਿਓ ਆਪ ਰਾਜਨ। ਬ੍ਰਾਹਮਣ ਦੇ ਬੋਲ ਸੁਣ ਕੇ ਰਾਜਾ ਆਪਣੇ ਆਸਨ ਤੋਂ ਉੱਠਿਆ। ਤਜਿਓ ਸਰਪ ਮੇਦਨ ਪਿਤਾ ਬੈਰ ਕਾਜਨ। ਪਿਤਾ ਦੇ ਵੈਰ ਦੇ ਬਦਲੇ ਕਰਕੇ ਜੋ ਸਰਪ ਯੱਗ ਰਚਿਆ ਹੋਇਆ ਸੀ, ਉਸ ਸਰਪ ਯੱਗ ਨੂੰ ਛੱਡ ਦਿੱਤਾ। ਬੁਲਿਓ ਬਿਆਸ ਪਾਸਨ ਕਰਿਓ ਮੰਤਰ ਚਾਰਨ। ਵੇਦ ਵਿਆਕਰਣ ਅਤੇ ਵਿਦਿਆਵਾਂ ਦੇ ਮਹਾਭੇਦ ਵਿਆਕਰਣ ਵਿਦਿਆ ਵਿਚਾਰਨ। ਮਹਾਵਿਚਾਰਕ ਵਿਆਸ ਨੂੰ ਕੋਲ ਬੁਲਾਇਆ ਅਤੇ ਚੰਗੀ ਤਰ੍ਹਾਂ ਸਲਾਹ ਕਰਨ ਲੱਗਾ। ਸੁਣੀ ਪੁੱਤਰਕਾ ਦੋਏ ਗ੍ਰਹਿਨ ਕਾਸ ਰਾਜਨ। ਰਾਜੇ ਨੂੰ ਵਿਆਸ ਨੇ ਕਿਹਾ ਕਿ ਸੁਣਿਆ ਹੈ ਕਿ ਕਾਸ਼ੀ ਦੇ ਰਾਜੇ ਦੇ ਘਰ 2 ਪੁੱਤਰੀਆਂ ਹਨ। ਮਹਾਸੁੰਦਰੀ ਰੂਪ ਸੋਭਾ ਸਮਾਜਨ, ਜੋ ਬਹੁਤ ਸੁੰਦਰ ਅਤੇ ਰੂਪ ਤੇ ਸ਼ੋਭਾ ਦਾ ਮੁਜੱਸਮਾ ਹਨ। ਜਣਿਓ ਜਾਏ ਤਾਕੋ ਹਣੋ ਦੁਸ਼ਟ ਪੁਸਟਨ। ਉਹਨਾਂ ਨੂੰ ਜਿੱਤ ਲਿਆਓ ਅਤੇ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿਓ। ਕਰਿਓ ਧਿਆਨ ਤਾਨੇ ਲਦੇ ਪਾਰ ਉਸਟਨ। ਇਹ ਗੱਲ ਸੁਣਦਿਆਂ ਸਾਰ ਉਸ ਨੂੰ ਉਠਾ ਉੱਤੇ ਸ਼ਸਤਰਾਂ ਅਸਤਰਾਂ ਦੇ ਭਾਰ ਲੱਦ ਕੇ ਕਾਸ਼ੀ ਵੱਲ ਚਾਲੇ ਪਾ ਦਿੱਤੇ। ਚਲੀ ਸੈਨ ਸੂਕਰ ਪਰਾਚੀ ਦਿਸਾਨਨ। ਪੂਰਵ ਦਿਸ਼ਾ ਵੱਲ ਸੈਨਾ ਹਵਾ ਦੀ ਤੇਜ਼ੀ ਨਾਲ ਤੁਰ ਪਈ। ਚੜੇ ਬੀਰ ਧੀਰਨ ਹਠੇ ਸ਼ਸਤਰ ਪਾਨਨ। ਧੀਰਜਵਾਨ ਅਤੇ ਹਠੀ ਸੂਰਵੀਰ ਹੱਥਾਂ ਵਿੱਚ ਸ਼ਸਤਰ ਲੈ ਕੇ ਚੜ ਪਏ। ਦੁਰਿਓ ਜਾਏ ਦੁਰਗ ਸਿਉ
ਬਾਰਾਣਸੀ ਸਨ। ਦੁਰਿਓ ਜਾਏ ਦੁਰਗ ਸੂ ਬਾਰਾਣਸੀ ਸਨ। ਕਾਸ਼ੀ ਬਾਰਾਣ ਦਾ ਰਾਜਾ ਡਰ ਦਾ ਮਾਰਿਆ ਕਿਲੇ ਵਿੱਚ ਜਾ ਲੁਕਿਆ। ਕੇਰਿਓ ਜਾਏ ਫੌਜਨ ਭਜਿਓ ਏਕ ਈਸਨ। ਫੌਜ ਦੇ ਕਿਲੇ ਨੂੰ ਜਾ ਘੇਰਿਆ ਅਤੇ ਕਾਸ਼ੀ ਦੇ ਰਾਜੇ ਨੇ ਇੱਕ ਸ਼ਿਵ ਦਾ ਧਿਆਨ ਕੀਤਾ। ਮਚਿਓ ਯੁੱਧ ਸੁਦਨ ਬਹੇ ਸ਼ਸਤਰ ਕਾਤਨ। ਚੰਗਾ ਯੁੱਧ ਮਚਿਆ, ਸ਼ਸਤਰਾਂ ਦੇ ਆਘਾਤ ਅਤੇ ਦਾਉ ਪੇਚ ਹੋਣ ਲੱਗੇ। ਗਿਰੇ ਅਧ ਵਦਨ ਸਨਧਨ ਬਿਪਾਤਨ। ਚੰਗੀ ਤਰ੍ਹਾਂ ਸ਼ਸਤਰਾਂ ਨਾਲ ਸਜੇ ਹੋਏ ਸਨੰਦਨ ਸ਼ਸਤਰਾਂ ਦੀ ਮਾਰ ਨਾਲ ਅੱਧੇ ਅੱਧੇ ਟੁਕੜੇ ਹੋ ਕੇ ਡਿੱਗਣ ਲੱਗੇ। ਗਿਰੇ ਹੀਰ ਚੀਰਨ ਸੁਬੀਰਨ ਰਜਾਣਨ। ਹੀਰਿਆਂ ਨਾਲ ਸਜੇ ਬਸਤਰਾਂ ਵਾਲੇ ਸ਼ੂਰਵੀਰ ਰਾਜਪੂਤ ਧਰਤੀ ਉੱਤੇ ਡਿੱਗ ਪਏ। ਕਟੇ ਅਧ ਅਧਨ ਛੁਟੇ ਰੁਦਰ ਧਿਆਨਨ। ਉਹਨਾਂ ਦੇ ਅੱਧੋ ਅੱਧ ਕੱਟੇ ਜਾਣ ਕਾਰਨ ਸ਼ਿਵ ਦਾ ਧਿਆਨ ਵੀ ਉਖੜ ਗਿਆ। ਗਿਰੇ ਖੇਤਰ ਖਤਰਾਣ ਖੱਤਰੀ ਖਤਰਾਣਨ। ਛਤਰੀਪਣੇ ਦੀ ਮਰਿਆਦਾ ਪਾਲਣ ਵਾਲੇ ਵੀ ਰਣਭੂਮੀ ਵਿੱਚ ਡਿੱਗ ਪਏ। ਬਜੀ ਪੇਰ ਪੂੰਕਾਰ ਦੁਰਕਿਆ ਨਿਸਾਣਨ। ਪੇਰਿਆਂ ਦੀ ਵੱਜਣ ਦੀ ਪੁੰਕਾਰ ਹੋਣ ਲੱਗੀ ਅਤੇ ਨਗਾਰਿਆਂ ਦੀ ਧੁੰਕਾਰ ਹੋਣ ਲੱਗੀ। ਕਰੇ ਪੈਜ ਵਾਰਨ ਪ੍ਰਚਾਰੇ ਸੁਬੀਰਨ। ਸੂਰਮੇ ਲਲਕਾਰੇ ਮਾਰ ਕੇ ਪ੍ਰਤਿਗਿਆ ਪੂਰੀ ਕਰ ਰਹੇ ਸਨ। ਫਿਰੇ ਰੁੰਡ ਮੁੰਡਨ ਤਣਨ ਤਛ ਤੀਰਨ। ਕਿਤੇ ਧੜ, ਕਿਤੇ ਸਿਰ ਅਤੇ ਕਿਤੇ ਤੀਰਾਂ ਨਾਲ ਪੱਛੇ ਸਰੀਰ ਫਿਰਦੇ ਸਨ। ਬਿਛੇ ਦੰਤ ਵਰਮਨ ਪ੍ਰਛੇਦੇ ਤਨਾਨਨ। ਹਾਥੀਆਂ ਦੇ ਕਵਚ ਦੰਤ ਵਰਮਨ ਟੁੱਟ ਗਏ। ਬਿਫੇ ਅਤੇ ਸਰੀਰਾਂ ਉੱਤੇ ਜ਼ਖਮ ਹੋ ਗਏ। ਕਰੇ ਮਰਦਨ ਅਰਦਨ ਮਰਦਮਾਨਨ। ਕਰੇ ਮਰਦਨ ਅਰਦਨ ਮਰਦਮਾਨਨ। ਬਹਾਦੁਰ ਸ਼ੂਰਵੀਰ ਮਰਦਮਾਨਨ ਨੂੰ ਦਲ ਮਲ ਕੇ ਮਸਲ ਦਿੱਤਾ ਗਿਆ। ਕਟੇ ਚਰਮ ਬਰਮਨ ਛੁਟੇ ਚੌਰ ਚਾਰਨ। ਕਵਚ ਬਰਮਨ ਅਤੇ ਟਾਲਾਂ ਕੱਟੀਆਂ ਗਈਆਂ ਸਨ ਅਤੇ ਸੁੰਦਰ ਚੌਰ ਰੁਲ ਰਹੇ ਸਨ। ਗਿਰੇ ਬੀਰ ਤੀਰਨ ਛੁਟੇ ਸ਼ਸਤਰ ਤਾਰਨ। ਸ਼ਸਤਰਾਂ ਦੀਆਂ ਧਾਰਾਂ ਨਾਲ ਵੱਡੇ ਵੱਡੇ ਧੀਰਜਵਾਨ ਸੂਰਮੇ ਡਿੱਗੇ ਪਏ ਸਨ। ਜਣਿਓ ਕਾਸ ਕੀਸਨ ਹਣਿਓ ਸਰਬ ਸੈਨਨ। ਰਾਜੇ ਜਨਮੇਜੈ ਨੇ ਕਾਸ਼ੀ ਦੇ ਰਾਜੇ ਨੂੰ ਜਿੱਤ ਲਿਆ ਅਤੇ ਉਸਦੀ ਸਾਰੀ ਸੈਨਾ ਮਾਰ ਦਿੱਤੀ। ਬਰੀ ਪੁੱਤਰਕਾ ਤਾਹ ਕੰਪਿਓ ਤ੍ਰਿਨਾਨਨ। ਉਸ ਦੀਆਂ ਦੋਹਾਂ ਪੁੱਤਰੀਆਂ ਨਾਲ ਜਨਮੇਜੈ ਨੇ ਵਿਆਹ ਕਰ ਲਿਆ। ਇਹ ਘਟਨਾ ਵੇਖ ਕੇ ਸ਼ਿਵ ਕੰਬ ਗਿਆ। ਪਇਓ ਮੇਲ ਗੇਲਨ ਮਿਲੇ ਰਾਜ ਰਾਜਨ। ਅਖੀਰ ਦੋਹਾਂ ਰਾਜਿਆਂ ਦਾ ਆਪਸ ਵਿੱਚ ਮੇਲ ਮਿਲਾਪ ਹੋ ਗਿਆ ਅਤੇ ਕਾਸ਼ੀ ਦੇ ਰਾਜੇ ਨੂੰ ਆਪਣਾ ਰਾਜ ਮਿਲ ਗਿਆ। ਪਈ ਮਿੱਤਰ ਚਾਰਨ ਸਰੇ ਸਰਬ ਕਾਜਨ। ਦੋਹਾਂ ਰਾਜਿਆਂ ਵਿੱਚ ਚੰਗੀ ਮਿੱਤਰਤਾ ਹੋ ਗਈ ਅਤੇ ਸਾਰੇ ਕਾਰਜ ਚੰਗੀ ਤਰ੍ਹਾਂ ਸਿਰੇ ਚੜ੍ਹ ਗਏ। ਮਿਲੀ ਰਾਜ ਦਾਜਨ ਸੁਦਾਸੀ ਅਨੂਪਨ। ਜਨਮੇਜੈ ਨੂੰ ਕਾਸ਼ੀ ਦੇ ਰਾਜੇ ਵੱਲੋਂ ਦਾਜ ਵਿੱਚ ਇੱਕ ਅਨੂਪਮ ਦਾਸੀ ਮਿਲੀ। ਮਹਾਂ ਵਿਦਿਆਵੰਤੀ ਅਪਾਰਨ ਸਰੂਪਨ। ਮਹਾਂ ਵਿਦਿਆਵੰਤੀ ਅਪਾਰਨ ਸਰੂਪਨ, ਜੋ ਮਹਾਨ ਵਿਦਵੰਤੀ ਅਤੇ ਅਪਾਰ ਸੁੰਦਰ ਸਰੂਪ ਵਾਲੀ ਸੀ। ਮਿਲੇ ਹੀਰ ਚੀਰਨ ਕਿਤੇ ਸਿਆਉ ਕਰਨਨ। ਕਿਤਨੇ ਹੀ ਹੀਰੇ ਬਸਤਰ ਅਤੇ ਕਾਲੇ ਸਿਆਉ ਕੰਨਾਂ ਵਾਲੇ ਘੋੜੇ ਮਿਲੇ। ਮਿਲੇ ਮੰਤ ਦੰਤੀ ਕਿਤੇ ਸੇਤ ਬਰਨਨ। ਕਿਤਨੇ ਹੀ ਚਿੱਟੇ ਰੰਗ ਦੇ ਮਸਤ ਹਾਥੀ ਮਿਲੇ। ਕਰਿਓ ਬਿਆਹ ਰਾਜਾ ਪਇਓ ਸੁ ਪ੍ਰਸੰਨਨ।
ਰਾਜਾ ਕਾਸ਼ੀ ਰਾਜ ਦੀਆਂ ਕੁਮਾਰੀਆਂ ਨਾਲ ਵਿਆਹ ਕਰਕੇ ਬਹੁਤ ਪ੍ਰਸੰਨ ਹੋਇਆ। ਪਲੀ ਪਾਤ ਭੋਖੇ ਦਿਜਨ ਸਰਬ ਅਨਨ, ਅਤੇ ਸਾਰਿਆਂ ਬ੍ਰਾਹਮਣਾਂ ਨੂੰ ਅੰਨ ਆਦਿ ਨਾਲ ਚੰਗੀ ਤਰ੍ਹਾਂ ਰਜਾਇਆ। ਕਰੇ ਪਾਤ ਪਾਤਨ ਮਹਾ ਗਜ ਦਾਨਨ, ਭਾਂਤ ਭਾਂਤ ਦੇ ਵੱਡੇ ਹਾਥੀ ਦਾਨ ਕੀਤੇ। ਪਏ ਦੋਈ ਪੁੱਤਰਨ ਮਹਾ ਰੂਪ ਮਾਨਨ, ਸਮਾਂ ਪਾ ਕੇ ਉਹਨਾਂ ਦੋਹਾਂ ਰਾਣੀਆਂ ਨੇ ਮਹਾ ਰੂਪਵਾਨ 2 ਪੁੱਤਰਾਂ ਨੂੰ ਜਨਮ ਦਿੱਤਾ। ਲਖੀ ਰੂਪਵੰਤੀ ਮਹਾਰਾਜ ਦਾਸੀ। ਇੱਕ ਦਿਨ ਜਨਮਜੇ ਨੇ ਰੂਪਵੰਤੀ ਦਾਸੀ ਨੂੰ ਵੇਖਿਆ। ਮਨੋ ਚੀਰ ਕੇ 4 ਚੰਦਰਾ ਨਿਕਾਸੀ, ਜੋ ਇੰਜ ਲੱਗੀ ਮਾਨੋ ਚੰਦਰਮਾ ਨੂੰ ਚੀਰ ਕੇ ਚਾਂਦਨੀ ਕੱਢੀ ਗਈ ਹੋਵੇ। ਲਹੇ ਚੰਚਲਾ 4 ਵਿਦਿਆ ਲਤਾ ਸੀ, ਜਾਂ ਇੰਜ ਲੱਗਦਾ ਸੀ ਮਾਨੋ ਬਿਜਲੀ ਵਾਂਗ ਜਾਂ ਵਿਦਿਆ ਦੀ ਬੇਲ ਵਰਗੀ ਫਿਰਦੀ ਹੋਵੇ। ਕਿਦੋਂ ਕੰਜਕੀ ਮਾਚ ਸ਼ੋਭਾ ਪ੍ਰਕਾਸੀ, ਜਾਂ ਫਿਰ ਮਾਨੋ ਕਮਲ ਵਿਚਲੀ ਸ਼ੋਭਾ ਹੀ ਪ੍ਰਗਟ ਹੋ ਰਹੀ ਹੋਵੇ। ਕਿਦੋਂ ਫੂਲ ਮਾਲਾ ਲਖੇ ਚੰਦਰਮਾਸੀ, ਜਾਂ ਫੁੱਲਾਂ ਦੀ ਮਾਲਾ ਹੋਵੇ ਜਾਂ ਚੰਦਰਮਾ ਜਿਹੀ ਲੱਗਦੀ ਹੋਵੇ। ਕਿਦੋਂ ਪਦਮਨੀ ਮੈਂ ਬਣੀ ਮਾਲਤੀ ਸੀ, ਜਾਂ ਪਦਮਨੀ ਰੂਪ ਹੋਵੇ ਜਾਂ ਮਾਲਤੀ ਦਾ ਫੁੱਲ ਹੋਵੇ। ਕਿਦੋਂ ਪੁਹਪ ਤਨੀਆਂ ਫਲੀ ਰਾਈ ਬੇਲਨ, ਜਾਂ ਫੁੱਲਾਂ ਦੀ ਧਨੁਸ਼ ਤਨੀਆਂ ਹੋਵੇ ਜਾਂ ਫੁੱਲੀ ਹੋਈ ਰਾਈ ਬੇਲ ਹੋਵੇ। ਤਜੇ ਅੰਗ ਤੇ ਬਾਸ ਚੰਪਾ ਫੁਲੇਲਨ, ਉਸ ਦੇ ਸਰੀਰ ਤੇ ਚੰਪਾ ਦੇ ਫੁੱਲਾਂ ਵਰਗੀ ਸੁਗੰਧ ਨਿਕਲ ਰਹੀ ਸੀ। ਕਿਦੋਂ ਦੇਵ ਕੰਨਿਆ ਪ੍ਰਿਥੀ ਲੋਕ ਡੋਲੇ, ਜਾਂ ਦੇਵ ਕੰਨਿਆ ਧਰਤੀ ਉੱਤੇ ਫਿਰ ਰਹੀ ਹੋਵੇ। ਕਿਦੋਂ ਜਛਨੀ ਕਿਨਰਨੀ ਸਿਉ ਕਲੋਲੇ, ਜਾਂ ਯਕਸ਼ਣੀ ਅਥਵਾ ਕਿਨਰਨੀ ਵਾਂਗ ਕਲੋਲ ਕਰ ਰਹੀ ਹੋਵੇ। ਕਿਦੋਂ ਰੁਦਰ ਬੀਜਨ ਫਿਰੇ ਮਦ ਬਾਲਨ, ਜਾਂ ਪਾਰਾ ਰੁਦਰ ਬੀਜ ਹੀ ਇਸ ਕੰਨਿਆ ਦੇ ਰੂਪ ਵਿੱਚ ਫਿਰ ਰਿਹਾ ਹੋਵੇ। ਕਿਦੋਂ ਪੱਤਰ ਪਾਨਨ ਨਚੇ ਕੌਲ ਨਾਲਨ, ਜਾਂ ਪਾਨ ਦੇ ਪੱਤਰ ਜਾਂ ਕਮਲ ਦੀ ਡੰਡੀ ਵਾਂਗ ਨੱਚ ਰਹੀ ਹੋਵੇ। ਕਿਦੋਂ ਰਾਗਮਾਲਾ ਰਚੀ ਰੰਗ ਰੂਪਨ, ਜਾਂ ਰੂਪ ਰੰਗ ਦੀ ਬਣੀ ਹੋਈ ਰਾਗਮਾਲਾ ਹੋਵੇ। ਕਿਦੋਂ ਇਸਤਰੀ ਰਾਜਾ ਰਚੀ ਭੂਪ ਭੂਪਨ, ਜਾਂ ਰਾਜਿਆਂ ਦੇ ਰਾਜੇ ਪਰਮਾਤਮਾ ਨੇ ਉਸ ਨੂੰ ਇਸਤਰੀਆਂ ਦਾ ਰਾਜਾ ਬਣਾਇਆ ਹੋਵੇ। ਕਿਦੋਂ ਨਾਗ ਕੰਨਿਆ ਕਿਦੋਂ ਬਾਸ ਵੀ ਹੈ, ਜਾਂ ਨਾਗ ਕੰਨਿਆ ਹੋਵੇ ਜਾਂ ਇੰਦਰ ਦੀ ਪਤਨੀ ਹੋਵੇ। ਕਿਦੋਂ ਸੰਖਨੀ ਚਿੱਤਰਨੀ ਪਦਮਨੀ ਹੈ, ਜਾਂ ਸੰਖਨੀ ਚਿੱਤਰਨੀ ਅਥਵਾ ਪਦਮਨੀ ਹੋਵੇ। ਲਸੇ ਚਿੱਤਰ ਰੂਪਨ ਬਚਿੰਤਰਨ ਅਪਾਰਨ, ਉਸ ਦਾ ਅਪਾਰ ਅਤੇ ਵਿਚਿੱਤਰ ਚਿੱਤਰ ਵਰਗਾ ਸਰੂਪ ਚਮਕਦਾ ਸੀ। ਮਹਾਰੂਪਵੰਤੀ ਮਹਾ ਜੋਬਨਾਰਨ, ਉਹ ਮਹਾਨ ਰੂਪ ਵਾਲੀ ਅਤੇ ਪਰ ਜਵਾਨ ਸੀ। ਮਹਾ ਗਿਆਨਵੰਤੀ ਸੁ ਵਿਗਿਆਨ ਕਰਮਨ, ਉਹ ਮਹਾਨ ਗਿਆਨ ਵਾਲੀ ਅਤੇ ਵਿਗਿਆਨਿਕ ਕਰਮ ਕਰਨ ਵਾਲੀ ਸੀ। ਪੜ੍ਹੇ ਕੰਠ ਵਿਦਿਆ ਸੁ ਵਿਦਿਆਦ ਧਰਮਨ, ਉਹ ਕੰਠ ਤੋਂ ਵਿਦਿਆ ਪੜ੍ਹਦੀ ਸੀ, ਇਸ ਲਈ ਆਪ ਹੀ ਵਿਦਿਆ ਅਤੇ ਧਰਮ ਆਦਿ ਸੀ। ਲਖੀ ਰਾਜ ਕੰਨਿਆਨ ਤੇ ਰੂਪਵੰਤੀ, ਜਨਮਜੇ ਰਾਜੇ ਨੇ ਉਸ ਨੂੰ ਰਾਜ ਕੰਨਿਆ ਤੋਂ ਵੀ ਅਧਿਕ ਰੂਪਵਾਨ ਵੇਖਿਆ। ਲਸੇ ਜੋਤ ਜਵਾਲਾ ਅਪਾਰਨ ਅਨੰਤੀ, ਉਹ ਅਪਾਰ ਅਤੇ ਅਨੰਤ ਜਵਾਲਾ ਦੀ ਜੋਤੀ ਵਾਂਗ ਚਮਕ ਰਹੀ ਸੀ। ਲਖਿਓ ਤਾਹ ਜਨਮਜੇ ਆਪ ਰਾਜਨ, ਰਾਜੇ ਜਨਮਜੇ ਨੇ ਆਪ ਉਸ ਨੂੰ ਇਸ ਤਰ੍ਹਾਂ ਜਾਣ ਕੇ ਕਰੇ ਪਰਮ ਭੋਗਨ ਦੀਏ ਸਰਬ ਸਾਜਨ, ਉਸ ਨਾਲ ਬਹੁਤ ਪ੍ਰਸੰਨ ਹੋ ਕੇ ਭੋਗ ਕੀਤਾ ਅਤੇ ਉਸ ਨੂੰ ਸਜਾਵਟ ਦੇ ਸਾਰੇ ਸਾਮਾਨ ਦਿੱਤੇ। ਬੜਿਓ ਨੇਹ ਤਾਸੋ ਤਜੀ ਰਾਜ ਕੰਨਿਆ, ਉਸ ਨਾਲ ਜਨਮਜੇ ਦਾ ਪ੍ਰੇਮ ਬਹੁਤ ਵਧ ਗਿਆ ਅਤੇ ਰਾਜਪੁੱਤਰਿਆਂ ਨੂੰ ਛੱਡ ਦਿੱਤਾ। ਹੁਤੀ ਸਿਸ਼ਟ ਕੀ ਦਿਸ਼ਟ ਮਹਿ
ਪੁਸ਼ਟ ਤੰਨਿਆ, ਜੋ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿੱਚ ਦਾਸੀ ਮੰਨੀ ਜਾਂਦੀ ਸੀ, ਹੁਣ ਵੱਡੇ ਭਾਗਾਂ ਵਾਲੀ ਹੋ ਗਈ। ਪਇਓ ਏਕ ਪੁੱਤਰਨ ਮਹਾਂ ਸ਼ਸਤਰਧਾਰੀ, ਉਸਦੇ ਕੁੱਖੋਂ ਇੱਕ ਮਹਾਨ ਸ਼ਸਤਰਧਾਰੀ ਪੁੱਤਰ ਪੈਦਾ ਹੋਇਆ। ਦਸਨ ਚਾਰ 14 ਵਿਦਿਆ ਵਿਚਾਰੀ, ਜੋ 10, 4 ਅਤੇ 14 ਵਿਦਿਆਵਾਂ ਵਿੱਚ ਪ੍ਰਵੀਨ ਸੀ। ਤਰਿਓ ਅੰਸਮੇਦਨ ਪ੍ਰਥਮ ਪੁੱਤਰ ਨਾਮਨ, ਰਾਜੇ ਨੇ ਪਹਿਲੇ ਪੁੱਤਰ ਦਾ ਨਾਂ ਅਸੁਮੇਧ ਰੱਖਿਆ। ਪਇਓ ਅਸਮੇਧਾਨ ਦੂਜੋ ਪ੍ਰਧਾਨਨ, ਦੂਜਾ ਪੁੱਤਰ ਪ੍ਰਗਟ ਹੋਇਆ, ਉਸਦਾ ਨਾਂ ਅਸਮੇਧਾਨ ਰੱਖਿਆ। ਅਜੇ ਸਿੰਘ ਰਾਖਿਓ ਰਜੀ ਪੁੱਤਰ ਸੂਰਨ, ਰਜੀ ਦਾਸੀ ਦੇ ਪੁੱਤਰ ਦਾ ਨਾਂ ਅਜੇ ਸਿੰਘ ਰੱਖਿਆ, ਜੋ ਬਹੁਤ ਸੂਰਵੀਰ, ਮਹਾਜੰਗ ਜੋਧਾ, ਮਹਾਜਸ ਪੂਰਨ, ਜੰਗ ਕਰਨ ਵਾਲਾ ਮਹਾਨ ਯੋਧਾ ਅਤੇ ਵੱਡੇ ਯਸ਼ ਵਾਲਾ ਸੀ। ਪਇਓ ਤਨ ਦੁਰੁਸਤਨ ਬਲਿਸ਼ਟਨ ਮਹਾਨਨ, ਉਹ ਬਹੁਤ ਤੰਦਰੁਸਤ ਅਤੇ ਬਲਵਾਨ ਸਿੱਧ ਹੋਇਆ। ਮਹਾਜੰਗ ਜੋਧਾ ਸੁਸ਼ਸਤਰਨ ਪ੍ਰਧਾਨਨ, ਉਹ ਮਹਾਨ ਯੋਧਾ ਅਤੇ ਸ਼ਸਤਰ ਵਿਦਿਆ ਵਿੱਚ ਪ੍ਰਵੀਨ ਸੀ। ਹਣੇ ਦੁਸ਼ਟ ਪੁਸ਼ਟਨ ਮਹਾ ਸ਼ਸਤਰ ਤਾਰਨ, ਉਸ ਨੇ ਸ਼ਸਤਰਾਂ ਦੇ ਤਾਰ ਨਾਲ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿੱਤਾ। ਬੜੇ ਸਤਰ ਜੀਤੇ ਜਿਵੇਂ ਰਾਵਣਾਰਨ, ਬੜੇ ਸਤਰ ਜੀਤੇ ਜਿਵੇਂ ਰਾਵਣਾਰਨ, ਅਤੇ ਸ਼੍ਰੀ ਰਾਮ ਚੰਦਰ ਵਾਂਗ ਤਕੜੇ ਵੈਰੀਆਂ ਨੂੰ ਜਿੱਤ ਲਿਆ। ਚੜਿਓ ਏਕ ਦਿਵਸਨ ਅਖੇਟਨ ਨਰੇਸਨ, ਇੱਕ ਦਿਨ ਰਾਜਾ ਜਨਮਜੇ ਸ਼ਿਕਾਰ ਨੂੰ ਚੜਿਆ। ਲਖੇ ਮ੍ਰਿਗ ਤਾਇਓ ਗਇਓ ਔਰ ਦੇਸਨ, ਬਨ ਵਿੱਚ ਇੱਕ ਮਿਰਗ ਵੇਖ ਕੇ ਉਸ ਪਿੱਛੇ ਘੋੜਾ ਭਜਾ ਦਿੱਤਾ ਅਤੇ ਦੂਜੇ ਦੇਸ਼ ਦੀ ਸੀਮਾ ਵਿੱਚ ਪਹੁੰਚ ਗਿਆ। ਸ਼੍ਰਮਿਓ ਪਰਮ ਬਾਂਟਨ ਤਕਿਓ ਏਕ ਤਾਲਨ, ਬਹੁਤ ਸਫ਼ਰ ਕਰਕੇ ਰਾਜਾ ਥੱਕ ਗਿਆ ਅਤੇ ਇੱਕ ਤਾਲਾਬ ਵੇਖਿਆ। ਤਹਾਂ ਦੌੜ ਕੇ ਪੀਨ ਪਾਨਨ ਉਤਾਲਨ, ਜਲਦੀ ਹੀ ਦੌੜ ਕੇ ਉੱਥੇ ਪਾਣੀ ਪੀਣ ਲਈ ਗਿਆ। ਕਰਿਓ ਰਾਜ ਸੈਨਨ ਕੱਢਿਓ ਬਾਰ ਬਾਜਨ, ਜਲ ਪੀ ਕੇ ਰਾਜਾ ਉੱਥੇ ਸੌਂ ਗਿਆ। ਤਦੋਂ ਜਲ ਵਿੱਚੋਂ ਅਗੰਮੀ ਸ਼ਕਤੀ ਨੇ ਇੱਕ ਘੋੜਾ ਕੱਢਿਆ। ਤਕੀ ਬਾਜਨੀ ਰੂਪ ਰਾਜਨ ਸਮਾਜਨ, ਜਲ ਵਿੱਚੋਂ ਨਿਕਲੇ ਘੋੜੇ ਨੇ ਰਾਜ ਦੇ ਠਾਟ ਬਾਟ ਵਾਲੀ ਘੋੜੀ ਬਾਜਨੀ ਨੂੰ ਵੇਖਿਆ। ਲੱਗਿਓ ਆਨ ਤਾਕੋ ਰਹਿਓ ਤਾਹ ਗਰਬਨ, ਅਤੇ ਉਸ ਘੋੜੀ ਨੂੰ ਆਣ ਲੱਗਿਆ, ਜਿਸ ਦੇ ਫਲਸਵਰੂਪ ਉਸ ਨੂੰ ਗਰਭ ਹੋ ਗਿਆ। ਪਇਓ ਸਿਆਮ ਕਰਨਨ ਸੁਬਾਜੀ ਅਧਰੰਬਨ, ਸਮਾਂ ਪਾ ਕੇ ਉਸ ਘੋੜੇ ਨੇ ਕਾਲੇ ਕੰਨਾਂ ਵਾਲੇ ਇੱਕ ਅਮੋਲਕ ਘੋੜੇ ਨੂੰ ਜਨਮ ਦਿੱਤਾ। ਕਰਿਓ ਬਾਜ ਮੇਦਨ ਬਡੋ ਜਗ ਰਾਜਾ, ਉਸ ਘੋੜੇ ਦੀ ਪ੍ਰਾਪਤੀ ਤੋਂ ਬਾਅਦ ਰਾਜੇ ਨੇ ਬਹੁਤ ਵੱਡਾ ਅਸ਼ਵਮੇਧ ਯੱਗ ਕੀਤਾ। ਜਿਣੇ ਸਰਬ ਭੂਪਨ ਸਰੇ ਸਰਬ ਕਾਜਾ, ਸਾਰੇ ਰਾਜੇ ਜਿੱਤ ਲਏ ਅਤੇ ਸਾਰੇ ਕੰਮ ਸਵਰ ਗਏ। ਗਡਰਿਓ ਜਗ ਥੰਮਨ ਕਰਿਓ ਹੋਮ ਕੁੰਡਨ, ਫਿਰ ਯੱਗ ਦਾ ਖੰਭਾ ਗੱਡ ਦਿੱਤਾ ਅਤੇ ਯੱਗ ਕੁੰਡ ਬਣਾ ਲਿਆ। ਪਲੀ ਪਾਤ ਪੋਖੇ ਬਲੀ ਵਿਪਰ ਚੁੰਡਨ, ਬ੍ਰਾਹਮਣਾਂ ਦੀ ਮੰਡਲੀ ਨੂੰ ਚੰਗੀ ਤਰ੍ਹਾਂ ਰਜਾ ਪੁਜਾ ਦਿੱਤਾ। ਦੇ ਕੋਟ ਦਾਨਨ ਪਕੇ ਪਰਮ ਪਾਕਨ, ਕਰੋੜਾਂ ਦਾਨ ਦਿੱਤੇ ਅਤੇ ਵਧੀਆ ਪਕਵਾਨ ਤਿਆਰ ਕਰਵਾਏ। ਕਲੂ ਮੱਧ ਕੀਨੋ ਬਡੋ ਧਰਮ ਸਾਕਨ, ਰਾਜੇ ਨੇ ਕਲਯੁਗ ਵਿੱਚ ਬਹੁਤ ਵੱਡਾ ਧਰਮ ਦਾ ਸਾਕਾ ਕੀਤਾ। ਲਗੀ ਦੇਖਨੇ ਆਪ ਜਿਉ ਰਾਜ ਬਾਲਾ, ਜਿਉਂ ਹੀ ਰਾਣੀ ਰਾਜ ਬਾਲਾ ਉੱਠ ਕੇ ਵੇਖਣ ਲੱਗੀ। ਮਹਾਰੂਪਵੰਤੀ ਮਹਾਜਵਾਲ ਆਲਾ,
ਮਹਾਨ ਰੂਪ ਵਾਲੀ ਅਤੇ ਵੱਡੇ ਤੇਜ ਵਾਲੀ ਰਾਣੀ ਰਾਜਬਾਲਾ। ਉੱਡਿਓ ਪਉਨ ਕੇ ਬੇਗ ਸਿਉ ਅਗਰ ਪੁੱਤਰਨ। ਉਸ ਵੇਲੇ ਰਾਣੀ ਦੇ ਅੱਗੇ ਦਾ ਬਸਤਰ ਹਵਾ ਦੇ ਬੁੱਲੇ ਨਾਲ ਉੱਡ ਗਿਆ। ਹਸੇ ਦੇਖ ਨਗਨਨ ਤ੍ਰਿਯਨ ਬਿਪਰ ਛਤਰਨ। ਅਤੇ ਰਾਣੀ ਨੰਗੀ ਹੋ ਗਈ। ਉਸ ਇਸਤਰੀ ਨੂੰ ਨੰਗਿਆ ਵੇਖ ਕੇ ਬ੍ਰਾਹਮਣ ਅਤੇ ਛਤਰੀ ਹੱਸ ਪਏ। ਪਇਓ ਕੋਪ ਰਾਜਾ ਗਏ ਬਿਪਰ ਸਰਬਨ। ਇਸ ਤਰ੍ਹਾਂ ਹੋਏ ਰਾਣੀ ਦੇ ਅਨਾਦਰ ਕਰਕੇ ਰਾਜਾ ਕ੍ਰੋਧ ਨਾਲ ਭਰ ਗਿਆ ਅਤੇ ਸਾਰੇ ਬ੍ਰਾਹਮਣ ਪਕੜ ਲਏ। ਦਹੇ ਖੀਰ ਖੰਡਨ ਬੜੇ ਪਰਮ ਗਰਬਨ। ਬਹੁਤ ਅਹੰਕਾਰ ਕਰਨ ਵਾਲੇ ਬ੍ਰਾਹਮਣਾਂ ਨੂੰ ਖੀਰ ਅਤੇ ਖੰਡ ਕੇ ਕੁੰਡਾਂ ਵਿੱਚ ਪਾ ਕੇ ਸਾੜ ਦਿੱਤਾ। ਪ੍ਰਥਮ ਬਾਦ ਕੇ ਸਰਬ ਮੁੰਡੇ ਮੁੰਡਾਏ। ਪਹਿਲਾਂ ਬਨ ਕੇ ਸਾਰੇ ਬ੍ਰਾਹਮਣਾਂ ਦੇ ਸਿਰ ਮੁੰਨਵਾ ਦਿੱਤੇ। ਪੁਨਰ ਏਡੂਆ ਸੀਸ ਤਾ ਕੇ ਟਿਕਾਏ। ਫਿਰ ਉਹਨਾਂ ਦੇ ਸਿਰਾਂ ਉੱਤੇ ਇਹਨੂੰ ਟਿਕਾ ਦਿੱਤੇ। ਪੁਨਰ ਤਪਤ ਕੇ ਖੀਰ ਕੇ ਮਦ ਡਾਰਿਓ। ਫਿਰ ਉਹਨਾਂ ਵਿੱਚ ਤੱਤੀ ਖੀਰ ਪਾ ਦਿੱਤੀ। ਇਮਨ ਸਰਬ ਵੀ ਪ੍ਰਾਨ ਕਉ ਜਾਰ ਮਾਰਿਓ। ਇਸ ਤਰ੍ਹਾਂ ਸਾਰਿਆਂ ਬ੍ਰਾਹਮਣਾਂ ਨੂੰ ਸਾੜ ਕੇ ਮਾਰ ਦਿੱਤਾ। ਕਿਤੇ ਬਾਦ ਕੇ ਬਿਪਰ ਬਾਚੇ ਦੀਵਾਰਨ। ਕਿਤਨੇ ਹੀ ਬ੍ਰਾਹਮਣ ਬਨ ਦੇ ਕੰਧਾਂ ਵਿੱਚ ਚਿਣ ਦਿੱਤੇ। ਕਿਤੇ ਬਾਦ ਫਾਂਸੀ ਦੀਏ ਬਿਪਰ ਪਾਰਨ। ਕਿਤਨੇ ਹੀ ਵੱਡੇ ਵੱਡੇ ਬ੍ਰਾਹਮਣ ਬਨ ਕੇ ਫਾਂਸੀ ਦੇ ਦਿੱਤੇ। ਕਿਤੇ ਬਾਰ ਬੋਰੇ ਕਿਤੇ ਅਗਨ ਚਾਰੇ। ਕਿਤਨਿਆਂ ਨੂੰ ਪਾਣੀ ਵਿੱਚ ਡੋਬ ਦਿੱਤਾ ਅਤੇ ਅੱਗ ਵਿੱਚ ਸਾੜ ਦਿੱਤਾ। ਕਿਤੇ ਅੱਧ ਚੀਰੇ ਕਿਤੇ ਬਾਦ ਫਾਰੇ। ਕਿਤਨੇ ਹੀ ਅੱਧੇ ਚੀਰ ਦਿੱਤੇ ਅਤੇ ਕਿਤਨੇ ਹੀ ਬਨ ਕੇ ਪਾੜ ਦਿੱਤੇ। ਲਗਿਓ ਦੁਖ ਭੂਪਨ ਬੜਿਓ ਕੁਸ਼ਟ ਦੇਹੀ। ਰਾਜੇ ਜਨਮੇਜੈ ਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗਿਆ ਅਤੇ ਸਰੀਰ ਵਿੱਚ ਕੋਹੜ ਵੱਧ ਗਿਆ। ਸਭੇ ਬਿਪਰ ਬੋਲੇ ਕਰਿਓ ਰਾਜ ਨੇਹੀ। ਫਿਰ ਹੋਰ ਸਾਰੇ ਬ੍ਰਾਹਮਣ ਬੁਲਾਏ ਅਤੇ ਰਾਜੇ ਨੇ ਉਹਨਾਂ ਨਾਲ ਪ੍ਰੇਮ ਕੀਤਾ। ਕਹੋ ਕੌਣ ਸੋ ਬੈਠ ਕੀਜੇ ਵਿਚਾਰਨ। ਉਹਨਾਂ ਨੂੰ ਕਿਹਾ ਕਿ ਤੁਸੀਂ ਬੈਠ ਕੇ ਵਿਚਾਰ ਕਰੋ ਅਤੇ ਦੱਸੋ ਕਿ ਮੈਂ ਕਿਹੜਾ ਪਾਪ ਕੀਤਾ ਹੈ ਜਿਸ ਕਰਕੇ ਕੋਹੜ ਹੋਇਆ ਹੈ ਅਤੇ ਉਹ ਕਿਹੜਾ ਉਪਾਅ ਹੈ। ਦਹੇ ਦੇਹ ਦੋਖਨ ਮਿਟੇ ਪਾਪ ਪਾਰਨ। ਜਿਸ ਨਾਲ ਭਾਰੀ ਪਾਪ ਮਿਟ ਜਾਏ ਅਤੇ ਦੇਹ ਦਾ ਦੋਸ਼ ਖਤਮ ਹੋ ਜਾਏ। ਬੋਲੇ ਰਾਜ ਦੁਆਰਨ ਸਭੇ ਬਿਪਰ ਆਏ। ਰਾਜੇ ਦੇ ਬੁਲਾਏ ਸਾਰੇ ਬ੍ਰਾਹਮਣ ਰਾਜ ਦੁਆਰ ਉੱਤੇ ਆਏ। ਬੜੇ ਬਿਆਸ ਤੇ ਆਦਿ ਲੈ ਕੇ ਬੁਲਾਏ। ਵਿਆਸ ਆਦਿ ਵੱਡੇ ਵੱਡੇ ਰਿਸ਼ੀਆਂ ਨੂੰ ਵੀ ਬੁਲਾਇਆ ਗਿਆ। ਦੇਖੇ ਲਾਗ ਸ਼ਾਸਤਰਨ ਬੋਲੇ ਬਿਪਰ ਸਰਬਨ। ਉਹਨਾਂ ਨੇ ਸ਼ਾਸਤਰਾਂ ਨੂੰ ਵੇਖਿਆ ਅਤੇ ਸਾਰੇ ਬ੍ਰਾਹਮਣ ਕਹਿਣ ਲੱਗੇ ਕਰਿਓ ਬਿਪਰ ਮੇਦਨ ਬੜਿਓ ਭੂਪ ਗਰਬਨ। ਕਿ ਰਾਜੇ ਨੇ ਅਹੰਕਾਰ ਦੇ ਵੱਧ ਜਾਣ ਕਾਰਨ ਬਿਪਰਮੇਦ ਵਿੱਚ ਬ੍ਰਾਹਮਣਾਂ ਦੀ ਆਹੂਤੀ ਦਿੱਤੀ ਹੈ। ਸੁਣਿਓ ਰਾਜ ਸਰਦੂਲ ਵਿਦਿਆ ਨਿਦਾਨਨ। ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ। ਕਰਿਓ ਬਿਪਰਮੇਦਨ ਸੁਜਗਨ ਪ੍ਰਮਾਨਨ। ਸੁਣੋ ਸਾਰਾ ਜਗਤ ਜਾਣਦਾ ਹੈ ਕਿ ਤੁਸੀਂ ਬਿਪਰਮੇਦ ਕੀਤਾ। ਪਇਓ ਅਕਸ ਮੰਤਰਨ ਕਹਿਓ ਨਾਹੇ ਕਉਨੇ। ਇਹ ਕੰਮ ਤੁਹਾਡੇ ਤੋਂ ਅਚਾਨਕ ਹੋ ਗਿਆ ਹੈ, ਕਿਸੇ ਨੇ ਤੁਹਾਨੂੰ ਕਿਹਾ ਨਹੀਂ ਹੈ। ਕਰੀ ਜੌਨ ਹੋਤੀ ਪਈ ਬਾਤ ਤਉਨੇ। ਪਰ ਪ੍ਰਭੂ ਨੇ ਜਿਹੜੀ ਗੱਲ ਕਰਨੀ ਹੁੰਦੀ ਹੈ ਉਹੀ ਹੋ ਜਾਂਦੀ ਹੈ। ਸੁਣਿਓ ਬਿਆਸ ਤੇ ਪਰਬ ਅਸਟਨ ਦਸਾਨਨ। ਹੇ ਰਾਜਾ ਤੁਸੀਂ ਵਿਆਸ ਤੋਂ ਮਹਾਭਾਰਤ ਦੇ ਪਰਵ ਸੁਣੋ। ਦਹੇ ਦੇਹ ਤੇ ਕੁਸ਼ਟ ਸਰਬਨ ਨਿਰਪਾਨਨ।
ਤਦੋਂ ਤੁਹਾਡੀ ਦੇਹ ਤੋਂ ਸਾਰਾ ਕਸ਼ਟ ਕਟੇਗਾ। ਬੋਲੇ ਵਿਪਰ ਬਿਆਸਨ, ਸੁਨੇ ਲਾਗ ਪਰਬਨ। ਰਾਜੇ ਨੇ ਵਿਆਸ ਵਿਪਰ ਨੂੰ ਬੁਲਾ ਲਿਆ। ਪਰਿਓ ਪੂਪ ਪਾਇਨ, ਤਜੇ ਸਰਬ ਗਰਬਨ। ਅਤੇ ਸਾਰੇ ਅਹੰਕਾਰ ਨੂੰ ਛੱਡ ਕੇ ਉਸ ਦੇ ਚਰਨੀ ਲੱਗਾ ਅਤੇ ਮਹਾਭਾਰਤ ਦੇ ਪਰਵ ਸੁਣਨ ਲੱਗਾ। ਸੁਣੋ ਰਾਜ ਸਰਦੂਲ ਵਿਦਿਆ ਨਿਦਾਨਨ। ਵਿਆਸ ਨੇ ਕਿਹਾ, ਹੇ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ, ਸੁਣੋ। ਹੁਓ ਭਰਤ ਕੇ ਬੰਸ ਮੈਂ ਰਘੁਰਾਨਨ। ਭਰਤ ਦੇ ਵੰਸ਼ ਵਿੱਚ ਰਘੂ ਰਾਜਾ ਹੋਇਆ ਹੈ। ਪਇਓ ਤਉਨ ਕੇ ਬੰਸ ਮੈਂ ਰਾਮ ਰਾਜਾ। ਉਸ ਦੇ ਵੰਸ਼ ਵਿੱਚ ਅੱਗੋਂ ਰਾਮ ਰਾਜਾ ਹੋਇਆ ਹੈ। ਦੀਜੇ ਛਤਰ ਦਾਨਨ ਨਿਦਾਨਨ ਬਿਰਾਜਾ। ਜਿਸ ਨੇ ਆਪਣੇ ਭਰਾ ਭਰਤ ਨੂੰ ਰਾਜ ਛਤਰ ਅਤੇ ਖਜ਼ਾਨਾ ਦਾਨ ਦੇ ਕੇ ਸ਼ੋਭਾ ਘਟੀ। ਪਇਓ ਤਉਨ ਕੀ ਜਦ ਮੈਂ ਜਦ ਰਾਜਨ। ਉਸ ਭਰਤ ਦੀ ਕੁਲ ਵਿੱਚ ਯਦੂ ਰਾਜਾ ਹੋਇਆ। ਦਸਨ ਚਾਰ 14 ਸੁ ਵਿਦਿਆ ਸਮਾਜਨ। ਜੋ 10 ਅਤੇ 4 14 ਵਿਦਿਆਵਾਂ ਦਾ ਗਿਆਤਾ ਸੀ। ਪਇਓ ਤਉਨ ਕੇ ਬੰਸ ਮੈਂ ਸੰਤਨੇਯਨ। ਉਸ ਦੇ ਵੰਸ਼ ਵਿੱਚ ਸੰਤਨੇਯ ਰਾਜਾ ਹੋਇਆ। ਪਏ ਤਾਹੇ ਕੇ ਕੌਰਵ ਪਾਂਡਵਯਨ। ਉਸ ਤੋਂ ਅੱਗੇ ਕੌਰਵ ਅਤੇ ਪਾਂਡਵ ਹੋਏ। ਪਏ ਤਉਨ ਕੇ ਬੰਸ ਮੈਂ ਧ੍ਰਿਤਰਾਸ਼ਟਰਨ। ਉਸ ਦੇ ਵੰਸ਼ ਵਿੱਚ ਧ੍ਰਿਤਰਾਸ਼ਟਰ ਹੋਇਆ। ਮਹਾਯੁੱਧ ਜੋਧਾ ਪ੍ਰਬੋਧਾ ਮਹਾਸੁਤਰਨ। ਜੋ ਬਹੁਤ ਤਕੜਾ ਯੋਧਾ ਸੀ ਅਤੇ ਵੱਡੀਆਂ ਵੱਡੀਆਂ ਵੈਰੀਆਂ ਨੂੰ ਸਿੱਖਿਆ ਦੇਣ ਵਾਲਾ ਸੀ। ਪਏ ਤਉਨ ਕੇ ਕੌਰਵਨ ਕਰੂਰ ਕਰਮਨ। ਉਸ ਦੇ ਘਰ ਕਠੋਰ ਕਰਮਾਂ ਵਾਲੇ ਕੌਰਵ ਪੈਦਾ ਹੋਏ। ਕਿਉ ਛਤਰਨਨ ਜੈਨ ਕੁਲ ਛੈਣ ਕਰਮਨ। ਜਿਨ੍ਹਾਂ ਨੇ ਛਤਰੀਆਂ ਨਾਲ ਛੈਣੀ ਵਾਂਗ ਕੁਲ ਨਾਸ਼ ਕਰਨ ਵਾਲਾ ਕੰਮ ਕੀਤਾ। ਕਿਉ ਭੀਖਮੇ ਅਗਰ ਸੈਨਾ ਸਮਾਜਨ। ਉਹਨਾਂ ਨੇ ਭੀਸ਼ਮ ਨੂੰ ਆਪਣੀ ਸੈਨਾ ਦਾ ਮੁਖੀਆ ਬਣਾਇਆ। ਪਇਓ ਕ੍ਰੁੱਧ ਜੁਦਨ ਸਮੂਹ ਪੰਡੂ ਰਾਜਨ। ਅਤੇ ਰਾਜਾ ਪੰਡੂ ਦੇ ਪੁੱਤਰਾਂ ਨਾਲ ਭਿਆਨਕ ਯੁੱਧ ਕੀਤਾ। ਤਹਾਂ ਗਰਜਿਓ ਅਰਜਨਨ ਪਰਮ ਬੀਰਨ। ਉਸ ਜੰਗ ਵਿੱਚ ਮਹਾਨ ਵੀਰ ਅਰਜੁਨ ਨੇ ਲਲਕਾਰਾ ਮਾਰਿਆ। ਧਨੁਰ ਬੇਦ ਗਿਆਤਾ ਤਜੇ ਪਰਮ ਤੀਰਨ। ਉਹ ਤੀਰ ਅੰਦਾਜ਼ੀ ਵਿੱਚ ਪ੍ਰਬੀਨ ਸੀ। ਇਸ ਲਈ ਉਸ ਨੇ ਬਹੁਤ ਤੀਰ ਚਲਾਏ। ਤਜੀ ਬੀਰ ਬਾਨਾ ਵਰੀ ਬੀਰ ਖੇਤਨ। ਰਣਭੂਮੀ ਵਿੱਚ ਸ਼ੂਰਵੀਰ ਅਰਜੁਨ ਨੇ ਤੀਰਾਂ ਦੀ ਝੜੀ ਲਾ ਦਿੱਤੀ। ਹਣਿਓ ਭੀਕਮਨ ਸਭੇ ਸੈਨਾ ਸਮੇਤਨ। ਭੀਸ਼ਮ ਨੂੰ ਸਾਰੀ ਫੌਜ ਸਮੇਤ ਮਾਰ ਦਿੱਤਾ। ਦਈ ਬਾਣ ਸਿਜਾ ਗਰੇ ਭੀਖ ਮੈਣਨ। ਭੀਸ਼ਮ ਨੂੰ ਬਾਣਾਂ ਦੀ ਸੇਜ ਦਿੱਤੀ ਗਈ ਜਿਸ ਉੱਤੇ ਉਹ ਲੇਟ ਗਿਆ। ਜਯਨ ਪੱਤਰ ਪਾਇਓ ਸੁਖਨ ਪਾਂਡਵੇਣਨ। ਉਸ ਦਿਨ ਪਾਂਡਵਾਂ ਦੀ ਸੁਖ ਪੂਰਵਕ ਜਿੱਤ ਹੋਈ। ਪਏ ਦ੍ਰੋਣ ਸੈਨਾਪਤੀ ਸੈਨ ਪਾਲਨ। ਭੀਸ਼ਮ ਤੋਂ ਬਾਅਦ ਕੌਰਵਾਂ ਦਾ ਦੂਜਾ ਸੈਨਾਪਤੀ ਅਤੇ ਸੈਨਾਪਾਲਕ ਦ੍ਰੋਣਾਚਾਰਿਆ ਹੋਇਆ। ਪਇਓ ਘੋਰ ਜੁਦਨ ਤਹਾਂ ਤੌਨ ਕਾਲਨ। ਉਸ ਵੇਲੇ ਉੱਥੇ ਘੋਰ ਯੁੱਧ ਹੋਇਆ। ਹਣਿਓ ਤ੍ਰਿਸ਼ਟ ਦੋਨਨ ਤਜੇ ਦ੍ਰੋਣ ਪ੍ਰਾਣਨ। ਧ੍ਰਿਸ਼ਟਦਿਯੁਮਨ ਨੇ ਦ੍ਰੋਣਾਚਾਰਿਆ ਨੂੰ ਮਾਰ ਦਿੱਤਾ ਅਤੇ ਉਸ ਨੇ ਪ੍ਰਾਣ ਤਿਆਗ ਦਿੱਤੇ। ਕਰਿਓ ਯੁੱਧ ਤੇ ਦੇਵਲੋਕਨ ਪਿਆਣਨ।
ਦ੍ਰੋਣਾਚਾਰਯ ਨੇ ਯੁੱਧ ਭੂਮੀ ਤੋਂ ਦੇਵਲੋਕ ਨੂੰ ਪ੍ਰਸਥਾਨ ਕੀਤਾ। ਪਏ ਕਰਨ ਸੈਨਾਪਤੀ ਛਤਰਪਾਲਨ। ਉਸ ਤੋਂ ਬਾਅਦ ਕੌਰਵਾਂ ਦਾ ਤੀਜਾ ਸੈਨਾਪਤੀ ਕਰਨ ਹੋਇਆ। ਮਚਿਓ ਯੁੱਧ ਕ੍ਰੁਧਨ ਮਹਾਬਿਕਰਾਲਨ। ਮਹਾਭਿਆਨਕ ਅਤੇ ਕਹਿਰ ਭਰਿਆ ਯੁੱਧ ਹੋਇਆ। ਹਣਿਓ ਪਾਹ ਪੰਥਨ ਸਦਨ ਸੀਸ ਕਪਿਓ। ਕਰਨ ਨੂੰ ਅਰਜਨ ਪੰਥਨ ਨੇ ਮਾਰ ਕੇ ਤੁਰੰਤ ਉਸਦਾ ਸਿਰ ਕੱਟ ਦਿੱਤਾ। ਗਿਰਿਓ ਤੌਣ ਯੁਧਿਸ਼ਠਰਨ ਰਾਜ ਥਪਿਓ। ਉਸਦੇ ਡਿੱਗਣ ਨਾਲ ਇੱਕ ਪ੍ਰਕਾਰ ਨਾਲ ਯੁਧਿਸ਼ਠਰ ਦਾ ਰਾਜ ਸਥਾਪਿਤ ਹੋ ਗਿਆ। ਪਏ ਸੈਨ ਪਾਲਨ ਬਲੀ ਸੂਲ ਸਲਰਯਨ। ਉਸ ਤੋਂ ਬਾਅਦ ਕੌਰਵਾਂ ਦਾ ਚੌਥਾ ਸੈਨਾ ਨਾਇਕ ਵੈਰੀਆਂ ਨੂੰ ਸੂਲ ਵਾਂਗ ਚੁੱਭਣ ਵਾਲਾ ਬਲਵਾਨ ਸ਼੍ਰਲਯ ਹੋਇਆ। ਪਲੀ ਪਾਂਤ ਕੁਟਿਓ ਬਲੀ ਪੰਚ ਦ੍ਰਲਯਨ। ਉਸਨੇ ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਦਲਿਆ। ਪੁਨਰ ਹਸਤ ਯੁਧਿਸ਼ਠਰਨ ਸਕਤ ਬੇਦਨ। ਫਿਰ ਯੁਧਿਸ਼ਠਰ ਨੇ ਬਰਛੀ ਸ਼ਕਤੀ ਨਾਲ ਉਸਦੇ ਹੱਥ ਨੂੰ ਵਿੰਨ ਦਿੱਤਾ। ਗਿਰਿਓ ਜੁਧ ਭੂਪਨ ਬਲੀ ਭੂਪ ਬੇਦਨ। ਰਾਜਾ ਸ਼੍ਰਲਯ ਯੁੱਧ ਭੂਮੀ ਵਿੱਚ ਡਿੱਗ ਪਿਆ ਅਤੇ ਰਾਜੇ ਯੁਧਿਸ਼ਠਰ ਨੇ ਉਸ ਨੂੰ ਵਿੰਨ ਸੁੱਟਿਆ। ਚੌਪਈ। ਸਲ ਰਾਜਾ ਜੌਨੇ ਦਿਨ ਜੂਝਾ। ਜਿਸ ਦਿਨ ਰਾਜਾ ਸ਼੍ਰਲਯ ਮਾਰਿਆ ਗਿਆ, ਕੌਰਵ ਹਾਰ ਤਵਨ ਤੇ ਸੂਝਾ। ਉਸ ਦਿਨ ਤੋਂ ਕੌਰਵਾਂ ਨੂੰ ਆਪਣੀ ਹਾਰ ਸੁੱਝ ਗਈ। ਜੂਝਤ ਸਲ ਪਇਓ ਅਸਤਾਮਾ। ਸ਼੍ਰਲਯ ਦੇ ਜੂਝਣ ਉਪਰੰਤ ਅਸ਼ਵਥਾਮਾ ਪੰਜਵਾਂ ਸੈਨਾਪਤੀ ਹੋਇਆ। ਕੁਟਿਓ ਕੋਟ ਕਟਕ ਇੱਕ ਜਾਮਾ। ਉਸ ਨੇ ਇੱਕ ਪਹਿਰ ਵਿੱਚ ਕਰੋੜਾਂ ਸੈਨਿਕਾਂ ਨੂੰ ਕੁੱਟ ਦਿੱਤਾ। ਧ੍ਰਿਸ਼ਟਦੋਣ ਮਾਰਿਓ ਅਤਿਰਥੀ। ਉਸ ਨੇ ਮਹਾਬਲੀ ਅਤਿਰਥੀ ਧ੍ਰਿਸ਼ਟਦਿਯੁਮਨ ਨੂੰ ਮਾਰ ਦਿੱਤਾ। ਪਾਂਡਵ ਸੈਨ ਭਲੇ ਕਰ ਮਥੀ ਅਤੇ ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਮਿਥਿਆ। ਪਾਂਡਵ ਕੇ ਪਾਂਚੋਂ ਸੁਤ ਮਾਰੇ। ਪਾਂਡਵਾਂ ਦੇ ਪੰਜੇ ਪੁੱਤਰ ਮਾਰ ਦਿੱਤੇ। ਦੁਆਪਰ ਮੈਂ ਬੜ ਕੀਨ ਅਖਾਰੇ। ਅਤੇ ਦੁਆਪਰ ਵਿੱਚ ਬਹੁਤ ਵੱਡਾ ਯੁੱਧ ਅਖਾੜਾ ਕੀਤਾ। ਕੌਰਵ ਰਾਜ ਕੀਓ ਤਬ ਜੂਦਾ। ਤਦੋਂ ਦੁਰਯੋਧਨ ਕੌਰਵ ਰਾਜ ਨੇ ਬਹੁਤ ਕ੍ਰੋਧਵਾਨ ਹੋ ਕੇ ਭੀਮ ਸੰਗ ਹੋਏ ਕੇ ਅਤ ਕ੍ਰੁਧਾ। ਭੀਮ ਸੈਨ ਨਾਲ ਯੁੱਧ ਕੀਤਾ। ਯੁੱਧ ਕਰਤ ਕਬਹੂ ਨਹੀਂ ਹਾਰਾ। ਯੁੱਧ ਕਰਦਿਆਂ ਦੁਰਯੋਧਨ ਕਦੇ ਹਾਰਿਆ ਨਹੀਂ ਸੀ। ਕਾਲ ਬਲੀ ਤਹਿ ਆਨ ਸੰਘਾਰਾ। ਪਰ ਬਲਵਾਨ ਕਾਲ ਨੇ ਆ ਕੇ ਉਸ ਨੂੰ ਵੀ ਮਾਰ ਦਿੱਤਾ। ਭੁਜੰਗ ਪ੍ਰਿਆਛੰਦ। ਤਹਾਂ ਭੀਮ ਕੁਰ ਰਾਜ ਸਿਉ ਯੁੱਧ ਮਚਿਓ। ਉੱਥੇ ਭੀਮ ਸੈਨ ਦਾ ਦੁਰਯੋਧਨ ਨਾਲ ਇਹੋ ਜਿਹਾ ਯੁੱਧ ਹੋਇਆ। ਛੁਟੀ ਬ੍ਰਹਮਤਾਰੀ ਮਹਾਰੁਦਰ ਨਚਿਓ। ਕਿ ਸ਼ਿਵ ਦੀ ਬ੍ਰਹਮ ਸਮਾਧੀ ਖੁੱਲ੍ਹ ਗਈ ਅਤੇ ਉਹ ਨੱਚਣ ਲੱਗਿਆ। ਉੱਠੇ ਸ਼ਬਦ ਨਿਰਕਾਤ ਆਘਾਤ ਬੀਰਨ। ਉੱਥੇ ਵੀਰ ਯੋਧਿਆਂ ਦੇ ਸ਼ਸਤਰਾਂ ਦੇ ਘਾਤ ਪ੍ਰਤੀਘਾਤ ਨਾਲ ਖੜਾਕ ਪੈਦਾ ਹੁੰਦਾ ਸੀ। ਪਏ ਰੁੰਡ ਮੁੰਡਨ ਤਣਨ ਤਚ ਤੀਰਨ। ਸਿਰ ਧੜਾਂ ਨਾਲੋਂ ਵੱਖ ਹੋ ਗਏ ਸਨ ਅਤੇ ਸਰੀਰ ਤੀਰਾਂ ਨਾਲ ਵਿੰਨੇ ਗਏ ਸਨ। ਗਿਰੇ ਬੀਰ ਏਕਨ ਅਨੇਕਨ ਪ੍ਰਕਾਰਨ। ਅਨੇਕ ਤਰ੍ਹਾਂ ਨਾਲ ਲੜਦੇ ਹੋਏ ਕਈ ਇੱਕ ਸੂਰਮੇ ਡਿੱਗ ਪਏ ਸਨ। ਗਿਰੇ ਅਧ ਅਧਨ ਛੁਦਨ ਸ਼ਸਤਰ ਤਾਰਨ। ਸ਼ਸਤਰਾਂ ਦੀ ਤਾਰ ਦੇ ਛੋਹਣ ਨਾਲ ਉਹ ਅਧੋ ਅਧ ਕਟੇ ਹੋਏ ਧਰਤੀ ਤੇ ਪਏ ਸਨ। ਕਟੇ ਕੌਰਵਨ ਦੁਰ ਸਿੰਦੂਰ ਖੇਤਨ। ਕੌਰਵਾਂ ਦੇ ਮਸਤ ਹਾਥੀ ਯੁੱਧ ਭੂਮੀ ਵਿੱਚ ਕੱਟੇ ਹੋਏ ਪਏ ਸਨ। ਨਚੇ ਗਿੱਧ ਆਵਦ ਸਾਵੰਤ ਖੇਤਨ। ਸ਼ਸਤਰਾਂ ਵਾਲੇ ਆਵਦ ਸੂਰਮਿਆਂ ਸਾਵੰਤ ਨੂੰ ਯੁੱਧ ਭੂਮੀ ਵਿੱਚ ਡਿੱਗਿਆਂ ਵੇਖ ਕੇ ਗਿਰਜਾਂ ਖੁਸ਼ ਹੋ ਕੇ ਨੱਚ ਰਹੀਆਂ ਸਨ।
गिरजा मीन्स vultures। बलि मंडलाकार जूझे बिराजे। ਮੰਡਲਾਕਾਰ ਬਣਾ ਕੇ ਬਲਵਾਨ ਸੂਰਮੇ ਯੁੱਧ ਵਿੱਚ ਮਗਨ ਸਨ। ਹਸੇ ਗਰਜ ਠੋਕੇ ਭੁਜਾ ਹਰ ਦੂ ਗਾਜੇ। ਉਹ ਹੱਸਦੇ ਸਨ, ਗਰਜਦੇ ਸਨ, ਭੁਜਾਵਾਂ ਨੂੰ ਠੋਕਦੇ ਸਨ ਅਤੇ ਦੋਹਾਂ ਪਾਸਿਆਂ ਤੋਂ ਲਲਕਾਰਦੇ ਸਨ। ਦਿਖਾਵੇ ਬਲੀ ਮੰਡਲਾਕਾਰ ਥਾਨੇ। ਮੰਡਲਾਕਾਰ ਵਿੱਚ ਡਟ ਕੇ ਆਪਣਾ ਬਲ ਵਿਖਾ ਰਹੇ ਸਨ। ਉਭਾਰੇ ਭੁਜਾ ਔ ਫਟਾਕੇ ਗਜਾਨੇ। ਬਾਵਾਂ ਨੂੰ ਉਭਾਰਦੇ ਸਨ ਅਤੇ ਗੁਰਜਾ ਦੇ ਫਟਾਕੇ ਮਾਰਦੇ ਸਨ। ਸੁਬੇ ਸਵਰਨ ਕੇ ਪੱਤਰ ਬਾਦੇ ਗਜਾਮੈ। ਗੁਰਜਾ ਨਾਲ ਬੰਨੇ ਹੋਏ ਸੋਨੇ ਦੇ ਪੱਤਰੇ ਸੋਭਦੇ ਸਨ। ਪਈ ਅਗਨ ਸੋਭਾ ਲਖੀ ਕੇ ਤੁਜਾਮੈ। ਪਈ ਅਗਨ ਸੋਭਾ ਲਖੀ ਕੇ ਤੁਜਾਮੈ। ਯੁੱਧ ਭੂਮੀ ਵਿੱਚ ਤੁਜਾਵਾਂ ਉੱਪਰ ਨੂੰ ਉੱਠਦੀਆਂ ਅਗਨੀ ਦੀਆਂ ਲਾਟਾਂ ਵਾਂਗ ਸ਼ੋਭਾ ਪਾ ਰਹੀਆਂ ਸਨ। ਪਿੜਾ ਮੈਂ ਪ੍ਰਮੇ ਮੰਡਲਾਕਾਰ ਬਾਹੇ। ਯੋਧੇ ਯੁੱਧ ਭੂਮੀ ਵਿੱਚ ਭ੍ਰਮਣ ਕਰਦੇ ਸਨ ਅਤੇ ਮੰਡਲਾਕਾਰ ਵਿੱਚ ਸ਼ਸਤਰ ਵਾਹ ਰਹੇ ਸਨ। ਆਪੋ ਆਪ ਸੈ ਨੇਕ ਕਾਈ ਸਰਾਹੇ। ਦੋਵਾਂ ਆਪੋ ਆਪਣੇ ਪਾਸਿਆਂ ਵਿੱਚ ਚੰਗੇ ਫੱਟ ਲਗਾਉਣ ਵਾਲਿਆਂ ਨੂੰ ਸਲਾਹ ਰਹੇ ਸਨ। ਤਹਾਂ ਭੀਮ ਪਾਰੀ ਭੁਜਾ ਸ਼ਸਤਰ ਬਾਹੇ। ਉੱਥੇ ਭੀਮ ਸੈਨ ਭਾਰੀ ਭੁਜਾਵਾਂ ਨਾਲ ਸ਼ਸਤਰ ਚਲਾਉਂਦਾ ਸੀ। ਭਲੀ ਭਾਂਤ ਕਹਿ ਕੇ ਭਲੇ ਸੈਨ ਗਾਹੇ ਅਤੇ ਚੰਗੀ ਤਰ੍ਹਾਂ ਸੈਨਾ ਨੂੰ ਲਤਾੜ ਰਿਹਾ ਸੀ। ਉਤੇ ਕੌਰਪਾਲਨ ਤਰੇ ਛਤਰ ਧਰਮਨ। ਉਧਰ ਕੌਰਵ ਸੈਨਾ ਨਾਇਕ ਦੁਰਯੋਧਨ ਛਤਰੀ ਧਰਮ ਦਾ ਚੰਗੀ ਤਰ੍ਹਾਂ ਪਾਲਨ ਕਰ ਰਿਹਾ ਸੀ। ਕਰੇ ਚਿੱਤ ਪਵਿੱਤਰ ਬਚਿੱਤਰ ਕਰਮਨ। ਅਤੇ ਚਿੱਤ ਨੂੰ ਪਵਿੱਤਰ ਕਰਨ ਵਾਲੇ ਵਿਚਿੱਤਰ ਕਰਮ ਯੁੱਧ ਕੌਤਕ ਕਰ ਰਿਹਾ ਸੀ। ਸਭੇ ਬਾਜੂਵੰਦਨ ਛਕੇ ਭੂਪਨਾਣਨ। ਦੋਹਾਂ ਸ਼ੂਰਵੀਰਾਂ ਦੇ ਬਾਜੂਬੰਦ ਭੂਸ਼ਣ ਲਸੇ ਮੁਤਕਾ ਚਾਰ ਦੁਮਲੀਅਨ ਹਾਣਨ। ਅਤੇ ਮੋਤੀਆਂ ਦੇ ਹਾਰ ਸ਼ੋਭਾ ਰਹੇ ਸਨ ਅਤੇ ਦੋਵਾਂ ਮਲ ਹਾਣੀ ਸਨ। Means they were both warriors were of the same age. ਦੋਂ ਮੀਰ ਧੀਰਨ ਦੋਂ ਪਰਮ ਓਜਨ। ਦੋਵਾਂ ਸੈਨਾਨੀ ਬੜੇ ਧੀਰਜ ਵਾਲੇ ਸਨ ਅਤੇ ਦੋਵਾਂ ਬਹੁਤ ਅਧਿਕ ਓਜ ਵਾਲੇ ਸਨ। ਦੋਂ ਮਾਨ ਦਾਤਾ ਮਹੀਪਨ ਕੇ ਭੋਜਨ। ਦੋਵਾਂ ਰਾਜਾ ਮਾਨ ਦਾਤਾ ਅਥਵਾ ਭੋਜ ਵਰਗੇ ਸਨ। ਦੋਂ ਵੀਰ ਬਾਨਾ ਬਧੇ ਅਧ ਅਧਨ। ਦੋਹਾਂ ਵੀਰਾਂ ਨੇ ਟੋਟੇ ਟੋਟੇ ਕਰ ਦੇਣ ਵਾਲੇ ਬਾਣਾਂ ਦੇ ਬੱਧੇ ਬੰਨੇ ਹੋਏ ਸਨ। ਦੋਂ ਸ਼ਸਤਰਧਾਰੀ ਮਹਾ ਯੁੱਧ ਕ੍ਰੁਧਨ। ਦੋਵਾਂ ਸ਼ਸਤਰਧਾਰੀ ਅਤੇ ਬਹੁਤ ਕ੍ਰੋਧ ਨਾਲ ਯੁੱਧ ਕਰਨ ਵਾਲੇ ਸਨ। ਦੋਂ ਕ੍ਰੂਰ ਕਰਮਨ ਦੋਂ ਜਾਨ ਬਾਹਨ। ਦੋਵਾਂ ਕਠੋਰ ਕਰਮ ਕਰਨ ਵਾਲੇ ਸਨ ਅਤੇ ਦੋਹਾਂ ਦੀਆਂ ਭੁਜਾਵਾਂ ਗੋਡਿਆਂ ਤੱਕ ਲੰਬੀਆਂ ਸੀ। ਦੋਂ ਹੱਦ ਹਿੰਦੂਨ ਸਾਹਨ ਸਾਹਨ। ਦੋਹਾਂ ਹਿੰਦੂਆਂ ਦੀ ਧੁਰ ਤੱਕ ਸ਼ਾਨ ਵਧਾਉਣ ਵਾਲੇ ਸ਼ਾਹਾਂ ਦੇ ਸ਼ਾਹ ਸਨ। ਦੋਂ ਸ਼ਸਤਰ ਧਾਰਨ ਦੋ ਪਰਮ ਦਾਨਨ। ਦੋਵਾਂ ਸ਼ਸਤਰ ਧਾਰਨ ਕਰਨ ਵਾਲੇ ਅਤੇ ਮਹਾਨ ਦਾਨੀ ਸਨ। ਦੋਂ ਢਾਲ ਟੀਚਾਲ ਹਿੰਦੂ ਹਿਦਾਨਨ। ਦੋਵਾਂ ਹਿੰਦੂਤਵ ਦੇ ਸੱਚੇ ਵਿੱਚ ਢਲੇ ਹੋਏ ਹਿੰਦੂ ਸਨ। ਦੋ ਸ਼ਸਤਰ ਵਰਤੀ ਦੋ ਛਤਰਧਾਰੀ। ਦੋਵਾਂ ਸ਼ਸਤਰਾਂ ਨੂੰ ਵਰਤਣ ਵਾਲੇ ਅਤੇ ਛਤਰਧਾਰੀ ਸਨ। ਦੋ ਪਰਮ ਯੋਧਾ ਮਹਾ ਯੁੱਧਕਾਰੀ। ਦੋਵਾਂ ਤਕੜੇ ਯੋਧੇ ਅਤੇ ਵੱਡਾ ਯੁੱਧ ਕਰਨ ਵਾਲੇ ਸਨ। ਦੋ ਖੰਡ ਖੰਡੀ ਦੋ ਮੰਡ ਮੰਡਨ। ਦੋਵਾਂ ਵੈਰੀਆਂ ਦੇ ਖੰਡਾਂ ਇਲਾਕਿਆਂ ਨੂੰ ਖੰਡਣ ਵਾਲੇ ਅਤੇ ਦੋਵਾਂ ਉਹਨਾਂ ਨੂੰ ਸਥਾਪਿਤ ਕਰਨ ਵਾਲੇ ਸਨ। ਦੋਂ ਯੋਧ ਜੈਤਵਾਰ ਯੋਧਾ ਪ੍ਰਚੰਡਨ। ਦੋਵਾਂ ਯੋਧਿਆਂ ਨੂੰ ਜਿੱਤਣ ਵਾਲੇ ਅਤੇ ਖੁਦ ਪ੍ਰਚੰਡ ਯੋਧੇ ਸਨ। ਦੋਂ ਬੀਰ ਬਾਨੀ ਦੋਂ ਬਾਹ ਸਾਹਨ।
ਦੋਵਾਂ ਸ਼ੂਰਵੀਰਾਂ ਦੇ ਮੋਢੀ ਅਤੇ ਦੋਵਾਂ ਭੁਜਾਵਾਂ ਦੇ ਬਲੀ ਸਨ। ਦਉ ਸੂਰ ਸੈਨਨ ਦਉ ਸੂਰ ਮਾਹਨ। ਦੋਵਾਂ ਸੈਨਾਵਾਂ ਦੇ ਸੂਰਜ ਸਨ ਅਤੇ ਦੋਵਾਂ ਸੈਨਾਵਾਂ ਦੇ ਚੰਦਰਮਾ ਸਨ। ਦਉ ਚੱਕਰਵਰਤੀ ਦਉ ਸ਼ਸਤਰ ਬੇਤਾ। ਦੋਵੇਂ ਚੱਕਰਵਰਤੀ ਸਨ, ਦੋਵੇਂ ਸ਼ਸਤਰ ਚਲਾਉਣ ਵਿੱਚ ਪ੍ਰਬੀਨ ਸਨ। ਦਉ ਜੰਗ ਜੋਧੀ ਦਉ ਜੰਗ ਜੇਤਾ। ਦੋਵੇਂ ਜੰਗ ਦੇ ਯੋਧੇ ਸਨ ਅਤੇ ਦੋਵੇਂ ਯੁੱਧ ਵਿੱਚ ਵਿਜੇਈ ਹੋਣ ਵਾਲੇ ਸਨ। ਦਉ ਚਿੱਤਰ ਜੋਤੀ ਦਉ ਚਿੱਤਰ ਚਾਪਨ। ਦੋਵਾਂ ਜੋਤ ਦੇ ਚਿੱਤਰ ਸਨ ਅਤੇ ਦੋਵੇਂ ਧਨੁਸ਼ ਦੀ ਮੂਰਤ ਸਨ। ਦਉ ਚਿੱਤਰ ਵਰਮਾ ਦਉ ਦੁਸ਼ਟ ਤਾਪਨ। ਦੋਵਾਂ ਢਾਲ ਦੀ ਮੂਰਤ ਸਨ ਅਤੇ ਦੋਵਾਂ ਦੁਸ਼ਟਾਂ ਨੂੰ ਦੁੱਖ ਦੇਣ ਵਾਲੇ ਸਨ। ਦਉ ਖੰਡ ਖੰਡੀ ਦਉ ਮੰਡ ਮੰਡਨ। ਦੋਵਾਂ ਵੈਰੀਆਂ ਦੇ ਖੰਡਾਂ ਖੇਤਰਾਂ ਨੂੰ ਖੰਡਣ ਵਾਲੇ ਸਨ ਅਤੇ ਦੋਵਾਂ ਉਹਨਾਂ ਨੂੰ ਸਥਾਪਿਤ ਕਰਨ ਵਾਲੇ ਸਨ। ਦਉ ਚਿੱਤਰ ਜੋਤੀ ਸੁਜੋਧਾ ਪ੍ਰਚੰਡਨ। ਦੋਵੇਂ ਜੋਤੀ ਦਾ ਚਿੱਤਰ ਸਨ ਅਤੇ ਪ੍ਰਚੰਡ ਯੋਧੇ ਸਨ। ਦਉ ਮਤ ਬਾਰੁਨ ਬਿਕਰਮ ਸਮਾਨਨ। ਦੋਵਾਂ ਹਾਥੀ ਬਾਰੁਨ ਵਾਂਗ ਮਸਤ ਅਤੇ ਰਾਜਾ ਬਿਕਰਮ ਦੇ ਸਮਾਨ ਸਨ। ਦਉ ਸ਼ਸਤਰ ਬੇਤਾ ਦਉ ਸ਼ਸਤਰ ਪਾਨਨ। ਦਉ ਸ਼ਸਤਰ ਬੇਤਾ ਦਉ ਸ਼ਸਤਰ ਪਾਨਨ। ਦੋਵਾਂ ਸ਼ਸਤਰ ਚਲਾਉਣ ਵਿੱਚ ਪ੍ਰਬੀਨ ਸਨ ਅਤੇ ਦੋਹਾਂ ਨੇ ਹੱਥ ਵਿੱਚ ਸ਼ਸਤਰ ਧਾਰਨ ਕੀਤੇ ਹੋਏ ਸਨ। ਦਉ ਪਰਮ ਜੋਧੇ ਦਉ ਕ੍ਰੋਧਵਾਨਨ। ਦੋਵਾਂ ਵੱਡੇ ਯੋਧੇ ਸਨ, ਦੋਵਾਂ ਵੱਡੇ ਯੋਧੇ ਸਨ ਅਤੇ ਦੋਵਾਂ ਕ੍ਰੋਧ ਵਾਲੇ ਸਨ। ਦਉ ਸ਼ਸਤਰ ਬੇਤਾ ਦਉ ਰੂਪ ਖਾਨਨ। ਦੋਵਾਂ ਸ਼ਸਤਰ ਵਿਦਿਆ ਜਾਣਨ ਵਾਲੇ ਅਤੇ ਦੋਵੇਂ ਰੂਪ ਦੀ ਖਾਣ ਸਨ। ਦਉ ਛਤਰ ਪਾਲਨ ਦਉ ਛਤਰ ਧਰਮਨ। ਦੋਵਾਂ ਛਤਰਪਾਲ ਅਤੇ ਦੋਵਾਂ ਛਾਤਰ ਧਰਮ ਦੀ ਰੱਖਿਆ ਕਰਨ ਵਾਲੇ ਸਨ। ਦਉ ਯੁੱਧ ਜੋਧਾ ਦਉ ਕ੍ਰੂਰ ਕਰਮਨ। ਦੋਵਾਂ ਯੁੱਧ ਕਰਨ ਵਾਲੇ ਯੋਧੇ ਸਨ ਅਤੇ ਦੋਵੇਂ ਕਠੋਰ ਕਰਮ ਕਰਨ ਵਾਲੇ ਸਨ। ਦਉ ਮੰਡਲਾਕਾਰ ਜੂਝੇ ਬਿਰਾਜੇ। ਦੋਵਾਂ ਮੰਡਲਾਕਾਰ ਵਿੱਚ ਖੜੇ ਕੇ ਜੂਝ ਰਹੇ ਸਨ। ਦੋਵੇਂ ਮੰਡਲਾਕਾਰ ਵਿੱਚ ਖੜੋ ਕੇ ਜੂਝ ਰਹੇ ਸਨ। ਹਥੇ ਹਰ ਦਿਉ ਠੋਕੇ ਪੁਜਾ ਪਾਏ ਗਾਜੇ। ਹਥੇ ਹਰ ਦਿਉ ਠੋਕੇ ਪੁਜਾ ਪਾਏ ਗਾਜੇ। ਦੋਵੇਂ ਡੋਲਿਆਂ ਭੁਜਾਵਾਂ ਨੂੰ ਹੱਥਾਂ ਨਾਲ ਠੋਕਦੇ ਸਨ ਅਤੇ ਧਰਤੀ ਉੱਤੇ ਪੈਰ ਮਾਰ ਕੇ ਗੱਜਦੇ ਸਨ। ਦਉ ਖਤਰ ਹਾਣਨ ਦਉ ਖਤਰ ਖੰਡਨ। ਦੋਵੇਂ ਛਤਰੀਆਂ ਦੀ ਹਾਨੀ ਕਰਨ ਵਾਲੇ ਅਤੇ ਛਤਰੀਆਂ ਨੂੰ ਨਸ਼ਟ ਕਰਨ ਵਾਲੇ ਸਨ। ਦਉ ਖੱਗ ਪਾਣਨ ਦਉ ਛੇਤਰ ਮੰਡਨ। ਦੋਹਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ ਅਤੇ ਦੋਵੇਂ ਯੁੱਧ ਭੂਮੀ ਨੂੰ ਸੁਸ਼ੋਭਿਤ ਕਰਨ ਵਾਲੇ ਸਨ। ਦਉ ਚਿੱਤਰ ਜੋਤੀ ਦਉ ਚਾਰ ਵਿਚਾਰਨ। ਦੋਵਾਂ ਸੁੰਦਰ ਜੋਤ ਵਾਲੇ ਸਨ ਅਤੇ ਦੋਹਾਂ ਦੇ ਵਿਚਾਰ ਸੁੰਦਰ ਸਨ। ਦਉ ਮੰਡਲਾਕਾਰ ਖੰਡਾ ਅਬਾਰਨ। ਦੋਵਾਂ ਮੰਡਲਾਕਾਰ ਵਿੱਚ ਲਗਾਤਾਰ ਖੰਡਾ ਚਲਾ ਰਹੇ ਸਨ। ਦਉ ਖੱਗ ਖੂਨੀ ਦਉ ਖਤਰ ਹਾਣਨ। ਦੋਹਾਂ ਦੀਆਂ ਤਲਵਾਰਾਂ ਲਹੂ ਨਾਲ ਲਿਬੜੀਆਂ ਸਨ ਅਤੇ ਦੋਵਾਂ ਛਤਰੀਆਂ ਦਾ ਨੁਕਸਾਨ ਕਰਨ ਵਾਲੇ ਸਨ। ਦਉ ਖਤਰ ਖੇਤਾ ਦਉ ਛਤਰ ਪਾਣਨ। ਦੋਵੇਂ ਛਤਰਾਣੀਆਂ ਖੇਤਾਂ ਤੋਂ ਪੈਦਾ ਹੋਏ ਸਨ ਅਤੇ ਦੋਵੇਂ ਛਾਤਰ ਪਰਣੇ ਵਾਲੇ ਸਨ। ਦਉ ਬੀਰ ਬਿਬ ਆਸਤ ਤਾਰੇ ਨਿਹਾਰੇ। ਦੋਹਾਂ ਸ਼ੂਰਵੀਰਾਂ ਨੇ ਦੋਹਰੇ ਅਸਤਰ ਬਿਬ ਆਸਤ ਧਾਰਨ ਕੀਤੇ ਹੋਏ ਸਨ ਅਤੇ ਇੱਧਰ ਉੱਧਰ ਵੇਖ ਰਹੇ ਸਨ। ਰਹੇ ਬਯੋਮ ਮੈਂ ਭੂਪ ਗਉਨੇ ਹਕਾਰੇ। ਜਿਹੜੇ ਰਾਜੇ ਮਾਰੇ ਜਾਣ ਤੋਂ ਬਾਅਦ ਆਕਾਸ਼ ਵਿੱਚ ਫਿਰ ਰਹੇ ਸਨ, ਉਹ ਇਹਨਾਂ ਨੂੰ ਬੁਲਾ ਰਹੇ ਸਨ। ਹਕਾ ਹੱਕ ਲਾਗੀ ਤਨਨ ਤਨ ਜੰਪਰਿਓ।
ਹਾਕ ਤੇ ਹਾਕ ਪੈ ਰਹੀ ਸੀ ਅਤੇ ਤਨ ਤਨ ਕਰਕੇ ਇਹਨਾਂ ਦਾ ਯਸ਼ ਗਾਇਆ ਜਾ ਰਿਹਾ ਸੀ। ਚੱਕਇਓ ਜਚ ਰਾਜਨ ਪ੍ਰਿਥੀ ਲੋਕ ਕੰਪਿਓ। ਯਕਸ਼ਾਂ ਦਾ ਰਾਜਾ ਹੈਰਾਨ ਸੀ ਅਤੇ ਮਾਤ ਲੋਕ ਕੰਬ ਰਹੀ ਸੀ। ਹਨਿਓ ਰਾਜ ਦੁਰਯੋਧਨਨ ਯੁੱਧ ਭੂਮਨ। ਆਖਿਰ ਵਿੱਚ ਰਾਜਾ ਦੁਰਯੋਧਨ ਯੁੱਧ ਭੂਮੀ ਵਿੱਚ ਮਾਰਿਆ ਗਿਆ। ਭਜੇ ਸਭੇ ਯੋਧਾ ਚਲੀ ਤਾਮ ਧੂਮਨ। ਇਸ ਗੱਲ ਦੀ ਧੂਮ ਪੈ ਜਾਣ ਨਾਲ ਸਾਰੇ ਯੋਧੇ ਭੱਜ ਗਏ। ਕਰਿਓ ਰਾਜ ਨਿਹੰਕਟਨ ਕਰਿਓ ਰਾਜ ਨਿਹੰਕਟਕਨ ਕੌਰ ਪਾਲਨ। ਇਸ ਪਿੱਛੋਂ ਰਾਜਾ ਯੁਧਿਸ਼ਠਰ ਨੇ ਕੌਰਵਾਂ ਉੱਤੇ ਨਿਸ਼ਕੰਟਕ ਰਾਜ ਕੀਤਾ। ਪੁਨਰ ਜਾਇ ਕੇ ਮਛ ਸਿਜੇ ਹਿਵਾਲਨ। ਫਿਰ ਹਿਮਾਲਾ ਪਰਬਤ ਵਿੱਚ ਜਾ ਕੇ ਗਲ ਗਏ। ਤਹਾਂ ਏਕ ਗੰਧਰਬ ਸਿਉ ਯੁੱਧ ਮਚਿਓ। ਉੱਥੇ ਇੱਕ ਗੰਧਰਬ ਨਾਲ ਯੁੱਧ ਹੋਇਆ। ਤਹਾਂ ਪੂਰਪਾਲਨ ਤੁਰਾ ਰੰਗ ਰਚਿਓ। ਤਹਾਂ ਪੂਰਪਾਲਨ ਤੁਰਾ ਰੰਗ ਰਚਿਓ। ਉੱਥੇ ਪੂਰਪਾਲ ਨੇ ਵਿਚਿੱਤਰ ਧੁੰਦਲਾ ਰੰਗ ਫੈਲਾ ਦਿੱਤਾ। ਤਹਾਂ ਸ਼ਸਤਰ ਕੇ ਭੀਮ ਹਸਤੀ ਚਲਾਏ। ਉੱਥੇ ਭੀਮਸੈਨ ਨੇ ਵੈਰੀ ਦੇ ਹਾਥੀ ਚੁੱਕ ਚੁੱਕ ਕੇ ਸੁੱਟੇ। ਫਿਰੇ ਮਧ ਗੈਣਨ ਅਜਿਓ ਲਉ ਨਾ ਆਏ। ਉਹ ਆਕਾਸ਼ ਵਿੱਚ ਫਿਰ ਰਹੇ ਹਨ, ਧਰਤੀ ਤੇ ਹੁਣ ਤੱਕ ਨਹੀਂ ਪਰਤੇ। ਸੁਣੇ ਬੈਨ ਕਉ ਪੂਪ ਇਉ ਐਂਠ ਨਾਕਨ। ਇਹ ਬੋਲ ਸੁਣ ਕੇ ਰਾਜਾ ਜਨਮੇਜਾ ਨੱਕ ਚੜਾ ਕੇ ਥੋੜ੍ਹਾ ਮੁਸਕਰਾਇਆ। ਕਰਿਓ ਹਾਸ ਮੰਦੇ ਬੁਲਿਓ ਏਮ ਬਾਂਕਨ। ਅਤੇ ਕਹਿਣ ਲੱਗਾ, ਹਾਥੀਆਂ ਨੂੰ ਸੁੱਟਣ ਵਾਲੀ ਐਵੇਂ ਗੱਪ ਹੈ। ਰਹਿਓ ਨਾਕ ਮੈਂ ਕੁਸ਼ਟ ਛਤਰੀ ਸਵਾਨਨ। ਇਹਨਾਂ ਕਹਿਣ ਤੇ ਛਤਰੀਆਂ ਦੇ ਹੰਸ ਰਾਜਾ ਜਨਮੇਜਾ ਦੇ ਨੱਕ ਵਿੱਚ ਕੋਹੜ ਰਹਿ ਗਿਆ। ਪਈ ਤਉਨ ਹੀ ਰੋਗ ਤੇ ਪੂਪ ਹਾਨਨ। ਉਸੇ ਰੋਗ ਨਾਲ ਰਾਜੇ ਦਾ ਨਾਸ ਹੋਇਆ। ਚੌਪਈ। ਹਿਮ 84 ਬਰਖ ਪ੍ਰਮਾਣਨ। ਇਸ ਤਰ੍ਹਾਂ 84 ਸਾਲ ਸਪਤ ਮਾਹ 24 ਦਿਨਾਨਨ 7 ਮਹੀਨੇ ਅਤੇ 24 ਦਿਨਾਂ ਤੱਕ ਰਾਜ ਕਿਓ ਜਨਮੇਜਾ ਰਾਜਾ ਜਨਮੇਜਾ ਨੇ ਰਾਜ ਕੀਤਾ। ਕਾਲ ਨਿਸ਼ਾਨ ਬਹੁਰ ਸਿਰ ਗਾਜਾ। ਫਿਰ ਉਸ ਦੇ ਸਿਰ ਉੱਤੇ ਕਾਲ ਦਾ ਨਗਾਰਾ ਵੱਜਿਆ ਅਰਥਾਤ ਮਰ ਗਿਆ। ਇਤ ਜਨਮੇਜਾ ਸਮਾਪਤ ਪਿਆ। ਇੱਥੇ ਜਨਮੇਜਾ ਸਮਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।